ਦੇਹਧਾਰੀ ਗੁਰੂ ਦਾ ਖੰਡਨ। ਡਾਕਟਰ ਕਰਤਾਰ ਸਿੰਘ ਹੋਰਾਂ ਦੇ ਜੀਵਨ ਨਾਲ ਸੰਬੰਧਿਤ ਇੱਕ ਹੋਰ ਘਟਨਾ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ, ਜੋ ਡਾਕਟਰ ਸਾਹਿਬ ਦੇ ਜੀਵਨ ਨੂੰ ਹੋਰ ਉਚੇਰਾ ਅਤੇ ਗੁਰਬਾਣੀ ਦਾ ਦ੍ਰਿੜ ਧਾਰਨੀ ਬਣਾ ਗਈ। ਬਾਬਾ ਜੀ ਦੀ ਸੰਗਤ ਅਤੇ ਪ੍ਰੇਰਨਾ ਸਦਕਾ ਡਾਕਟਰ ਹੋਰੀ ਆਪ ਤਾਂ ਬਾਣੀ ਗੁਰੂ ਹੈ ਬਾਣੀ ਦੇ ਦ੍ਰਿੜ ਧਾਰਨੀ ਬਣ ਚੁੱਕੇ ਸਨ, ਪਰ ਇਹਨਾਂ ਦੇ ਪਿਤਾ ਜੀ ਅਤੇ ਬਾਕੀ ਪਰਿਵਾਰ ਰਾਵਲਪਿੰਡੀ ਦੇ ਨਿਰੰਕਾਰੀ ਦਰਬਾਰ ਦੇ ਦੇਹਧਾਰੀ ਗੁਰੂ ਉੱਪਰ ਸ਼ਰਧਾ ਰੱਖਦੇ ਸਨ। ਇਹ ਬਾਕੀ ਪਰਿਵਾਰ ਨਿਰੰਕਾਰੀ ਦਰਬਾਰ ਜੋ ਬਾਬਾ ਰੱਤਾ ਜੀ ਰਾਵਲਪਿੰਡੀ ਦੀ ਸਾਖ ਤੋਂ ਚੱਲੇ ਆ ਰਹੇ ਦੇਹਧਾਰੀ ਗੁਰੂ ਨੂੰ ਮੰਨਦੇ ਸਨ, ਉਸ ਸਮੇਂ ਇਸ ਗੱਦੀ ਤੇ ਬਾਬਾ ਹਰਾ ਸਿੰਘ ਜੀ ਸਨ। ਸੋ ਦੇਹਧਾਰੀ ਗੁਰੂ ਉੱਪਰ ਸ਼ਰਧਾ ਸਾਰਾ ਪਰਿਵਾਰ ਰੱਖਦਾ ਸੀ, ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਗਦੇਲਾ ਲਾ ਕੇ ਆਪਣੇ ਆਪ ਨੂੰ ਗੁਰੂ ਜਣਾ ਕੇ ਮੱਥਾ ਟਿਕਵਾਉਂਦੇ ਸਨ। ਉਪਦੇਸ਼ ਤਾਂ ਗੁਰਬਾਣੀ ਵਿੱਚੋਂ ਹੀ ਦਿਆ ਕਰਦੇ, ਪਰ ਨਾਲ ਹੀ ਉਹਨਾਂ ਦਾ ਦਾਅਵਾ ਸੀ ਕਿ ਗੁਰਬਾਣੀ ਦੀ ਸੋਝੀ ਵੀ ਦੇਹਧਾਰੀ ਰਾਹੀਂ ਹੋ ਸਕਦੀ ਹੈ। ਬਿਨਾਂ ਦੇਹਧਾਰੀ ਗੁਰੂ ਦੀ ਸ਼ਰਨ ਲੈਣ ਤੋਂ ਕੇਵਲ ਗੁਰਬਾਣੀ ਰਾਹੀਂ ਆਤਮਕ ਅਵਸਥਾਵਾਂ ਪ੍ਰਾਪਤ ਨਹੀਂ ਹੁੰਦੀਆਂ। ਜੋ ਤੁਹਾਨੂੰ ਗੁਰਬਾਣੀ ਦੀ ਸੋਝੀ ਕਰਵਾਉਂਦਾ ਹੈ ਅਤੇ ਆਤਮਕ ਮਾਰਗ ਦਰਸ਼ਨ ਕਰਦਾ ਹੈ, ਅਸਲੀ ਗੁਰੂ ਉਹ ਹੀ ਹੈ। ਪਰ ਡਾਕਟਰ ਸਾਹਿਬ ਇਸ ਦੇ ਉਲਟ ਗੁਰਬਾਣੀ ਨੂੰ ਹੀ ਗੁਰੂ ਮੰਨਣ ਦੇ ਦ੍ਰਿੜ ਧਾਰਨੀ ਸਨ। ਡਾਕਟਰ ਹੋਰਾਂ ਦੀ ਵੱਡੀ ਭੈਣ ਬੀਬੀ ਪ੍ਰੇਮ ਕੌਰ, ਜੋ ਲਾਹੌਰ ਸ਼ਹਿਰ ਵਿਖੇ ਰਹਿੰਦੀ ਸਨ, ਉਹਨਾਂ ਨੇ ਆਪਣੇ ਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ, ਜਿਸ ਵਿੱਚ ਜਿੱਥੇ ਸਾਰੇ ਰਿਸ਼ਤੇਦਾਰ ਅਤੇ ਸੱਜਣ ਮਿੱਤਰ ਸੱਦੇ ਗਏ, ਉੱਥੇ ਬੀਬੀ ਪ੍ਰੇਮ ਕੌਰ ਨੇ ਉਚੇਚਾ ਬਾਬਾ ਜੀ ਨੂੰ ਪ੍ਰੇਮ ਸਹਿਤ ਇਸ ਅਵਸਰ ਤੇ ਦਰਸ਼ਨ ਦੇਣ ਲਈ ਬੇਨਤੀ ਭੇਜੀ। ਬਾਬਾ ਜੀ ਸਾਵਤਾਰ ਸਿੰਘ ਦਲੇਰ ਅਤੇ ਉਹਨਾਂ ਦੇ ਸਾਂਢੂ ਸੁਕਾਡਨ ਲੀਡਰ ਸੂਰਤ ਸਿੰਘ, ਜੋ ਅੱਜ-ਕੱਲ੍ਹ ਚੰਡੀਗੜ੍ਹ ਦੇ 35 ਸੈਕਟਰ ਵਿਖੇ ਰਹਿ ਰਹੇ ਨੇ, ਅਤੇ ਇਹਨਾਂ ਦੇ ਛੋਟੇ ਭਰਾ ਵਿੰਗ ਕਮਾਂਡਰ ਸਾਮੂਰਤ ਸਿੰਘ ਆਦਿ ਹੋਰ ਪ੍ਰੇਮੀਆਂ ਨਾਲ ਬਾਬਾ ਜੀ ਲਾਹੌਰ ਬੀਬੀ ਪ੍ਰੇਮ ਕੌਰ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਇੱਕ ਦਿਨ ਪਹਿਲਾਂ ਪੁੱਜ ਗਏ। ਸ਼ਾਮ ਤੱਕ ਬਾਬਾ ਜੀ ਨਾਲ ਪ੍ਰੇਮੀ ਜਨ ਗੁਰਬਾਣੀ ਵਿਚਾਰਾਂ ਸਾਂਝੀਆਂ ਕਰਦੇ ਰਹੇ। ਸ਼ਾਮ ਨੂੰ ਡਾਕਟਰ ਕਰਤਾਰ ਸਿੰਘ ਹੋਰਾਂ ਦੇ ਪਿਤਾ ਜੀ ਰਾਵਲਪਿੰਡੀ ਤੋਂ ਬਾਬਾ ਹਰਾ ਸਿੰਘ ਜੀ, ਜਿਨ੍ਹਾਂ ਨੂੰ ਉਹ ਦੇਹਧਾਰੀ ਗੁਰੂ ਕਰਕੇ ਮੰਨਦੇ ਸਨ, ਨਾਲ ਲੈ ਕੇ ਘਰ ਪੁੱਜ ਗਏ। ਸਾਰੇ ਪਰਿਵਾਰ ਨੇ ਫੁੱਲਾਂ ਦੇ ਹਾਰ ਆਦਿਕ ਪਾ ਕੇ ਉਹਨਾਂ ਦੀ ਬੜੀ ਆਓ ਭਗਤ ਕੀਤੀ। ਇੱਕ ਸੁੰਦਰ ਕਮਰਾ ਜੋ ਉਚੇਚੇ ਤੌਰ ਤੇ ਤਿਆਰ ਕਰਵਾਇਆ ਸੀ, ਉਸ ਵਿੱਚ ਉਤਾਰਾ ਦਿੱਤਾ ਗਿਆ। ਜਲ ਪਾਣੀ ਛਕਣ ਉਪਰੰਤ ਸਾਰੀ ਸੰਗਤ ਬਾਬਾ ਹਰਾ ਸਿੰਘ ਜੀ ਪਾਸ ਪੁੱਜੀ। ਡਾਕਟਰ ਸਾਹਿਬ ਅਤੇ ਇਹਨਾਂ ਦੇ ਸਾਥੀਆਂ ਨੇ ਗੁਰਬਾਣੀ ਗੁਰੂ ਹੈ ਇਸ ਵਿਸ਼ੇ ਤੇ ਗੱਲ ਆਰੰਭ ਕਰ ਦਿੱਤੀ। ਵੱਧਦੀ ਗੱਲ ਬਹਿਸ ਤੱਕ ਪੁੱਜ ਗਈ। ਜਦੋਂ ਕਈ ਘੰਟਿਆਂ ਦੀ ਬਹਿਸ ਕਰਨ ਉਪਰੰਤ ਵੀ ਗੱਲ ਕਿਸੇ ਸਿਰੇ ਨਾ ਲੱਗੀ, ਤਾਂ ਡਾਕਟਰ ਕਰਤਾਰ ਸਿੰਘ ਹੋਰਾਂ ਨੇ ਕਿਹਾ ਕਿ ਅੱਜ ਅਸੀਂ ਇਸ ਗੱਲ ਦਾ ਨਿਰਣਾ ਜ਼ਰੂਰ ਕਰਨਾ ਹੈ ਕਿ ਗੁਰਬਾਣੀ ਗੁਰੂ ਹੈ ਜਾਂ ਦੇਹਧਾਰੀ ਗੁਰੂ ਹੋਣਾ ਚਾਹੀਦਾ ਹੈ। ਡਾਕਟਰ ਹੋਰਾਂ ਨੇ ਬੜੇ ਜੋਸ਼ ਵਿੱਚ ਕਿਹਾ ਕਿ ਇੰਜ ਗੱਲ ਨਹੀਂ ਮੁੱਕਣੀ, ਅਸੀਂ ਪ੍ਰਤੱਖ ਦੋ ਟੁਕ ਫੈਸਲਾ ਕਰਨਾ ਚਾਹੁੰਦੇ ਹਾਂ। ਮੈਂ ਤਜਵੀਜ਼ ਰੱਖਦਾ ਹਾਂ ਕਿ ਜੋ ਸਾਰੀ ਸੰਗਤ ਵਿੱਚ 5 ਕਿਲੋ ਅੰਬਰੀ ਸੇਬ ਕਸ਼ਮੀਰ ਵਿੱਚੋਂ ਆਪਣੀ ਆਤਮਕ ਸ਼ਕਤੀ ਨਾਲ ਲਿਆ ਦੇਵੇ, ਅਸੀਂ ਸਾਰੇ ਉਸ ਦੇ ਪੱਖ ਵਿੱਚ ਹੋ ਜਾਵਾਂਗੇ। ਇਹ ਅਨੋਖੀ ਤਜਵੀਜ਼ ਸੁਣ ਕੇ ਸਾਰੀ ਸੰਗਤ 2 ਮਿੰਟ ਲਈ ਚੁੱਪ ਹੋ ਗਈ। ਅਖੀਰ ਡਾਕਟਰ ਹੋਰਾਂ ਦੇ ਪਿਤਾ ਜੀ ਬੋਲੇ ਕਿ ਤੁਸੀਂ ਪਹਿਲਾਂ ਆਪਣੇ ਭਾਈ ਸਾਹਿਬ ਭਾਵ ਬਾਬਾ ਜੀ, ਕਿਉਂਕਿ ਬਾਬਾ ਜੀ ਨੂੰ ਪਹਿਲੇ ਸਾਰੀ ਸੰਗਤ ਭਾਈ ਸਾਹਿਬ ਕਹਿ ਕੇ ਪੁਕਾਰਿਆ ਕਰਦੀ ਸੀ, ਸੋ ਉਹਨਾਂ ਨੂੰ ਪੁੱਛ ਲਵੋ ਕਿ ਕੀ ਉਹ ਇਹ ਸ਼ਰਤ ਮੰਨਣ ਨੂੰ ਤਿਆਰ ਹਨ। ਇੱਧਰ ਅਸੀਂ ਵੀ ਸਲਾਹ ਕਰ ਲੈਂਦੇ ਹਾਂ। ਡਾਕਟਰ ਸਾਹਿਬ ਅਤੇ ਬਾਬਾ ਜੀ ਦੇ ਹੋਰ ਪ੍ਰੇਮੀ ਹਰਾ ਸਿੰਘ ਹੋਰਾਂ ਦੇ ਕਮਰੇ ਵਿੱਚੋਂ ਉੱਠ ਕੇ ਬਾਬਾ ਜੀ ਪਾਸ ਉਹਨਾਂ ਦੇ ਨਿਵਾਸ ਵਾਲੇ ਕਮਰੇ ਵਿੱਚ ਆਏ ਅਤੇ ਸਾਰੀ ਵਾਰਤਾਲਾਪ ਵੇਰਵੇ ਸਹਿਤ ਦੱਸੀ। ਅਤੇ ਡਾਕਟਰ ਕਰਤਾਰ ਸਿੰਘ ਹੋਰਾਂ ਨੇ ਆਪਣੀ ਵੱਲੋਂ ਰੱਖੀ ਅਨੋਖੀ ਤਜਵੀਜ਼ ਵੀ ਦੱਸੀ ਕਿ ਸਾਡੀ ਸ਼ਰਤ ਇਹ ਹੈ ਕਿ ਜੋ 5 ਕਿਲੋ ਅੰਬਰੀ ਸੇਬ ਸੰਗਤ ਵਿੱਚ ਬੈਠਿਆਂ ਸ਼ਕਤੀ ਰਾਹੀਂ ਮੰਗਵਾ ਦੇਵੇਗਾ, ਉਸ ਦੇ ਪੱਖ ਨੂੰ ਸਹੀ ਮੰਨ ਲਿਆ ਜਾਵੇਗਾ। ਬਾਬਾ ਜੀ ਸਾਰੀ ਵਾਰਤਾ ਅਤੇ ਰੱਖੀ ਹੋਈ ਸ਼ਰਤ ਨੂੰ ਸੁਣ ਕੇ ਕੁਝ ਪਲ ਚੁੱਪ ਰਹੇ ਤੇ ਬੋਲੇ ਕਿ ਤੁਸੀਂ ਪਹਿਲੇ ਸਾਨੂੰ ਪੁੱਛ ਲੈਣਾ ਸੀ, ਪਰ ਜੇ ਗੁਰੂ ਰੂਪ ਗੁਰਬਾਣੀ ਦੀ ਮਾਣ ਮਰਜ਼ਾਦਾ ਦੀ ਗੱਲ ਹੈ ਤਾਂ ਫਿਰ 5 ਕਿਲੋ ਦੀ ਥਾਂ 10 ਕਿਲੋ ਸੇਬ ਸਾਰੀ ਸੰਗਤ ਦੇ ਬੈਠਿਆਂ ਆ ਜਾਣਗੇ। ਕੋਈ ਵੱਡੀ ਗੱਲ ਨਹੀਂ, ਅਸੀਂ ਤਾਂ ਅਰਦਾਸ ਹੀ ਕਰਨੀ ਹੈ ਨਾ, ਸਤਿਗੁਰੂ ਜੀ ਜ਼ਰੂਰ ਪੂਰੀ ਕਰਨਗੇ। ਇਹ ਦ੍ਰਿੜਤਾ ਭਰੇ ਬਚਨ ਸੁਣ ਕੇ ਸਾਰੇ ਪ੍ਰੇਮੀਆਂ ਨੇ ਖੁਸ਼ੀ ਵਿੱਚ ਜਕਾਰਾ ਛੱਡਿਆ ਤੇ ਜਾ ਦੇਹਧਾਰੀ ਬਾਬਿਆਂ ਦੇ ਕਮਰੇ ਵਿੱਚ ਦਾਖਲ ਹੋਏ ਕਿ ਸ਼ਬਦ ਗੁਰੂ ਗੁਰਬਾਣੀ ਦੇ ਪੈਰੋਕਾਰ ਤਾਂ 5 ਦੀ ਥਾਂ 10 ਕਿਲੋ ਸੇਬ ਲਿਆਉਣ ਨੂੰ ਤਿਆਰ ਹਨ, ਹੁਣ ਆਪ ਜੀ ਦੱਸੋ ਕਿ ਤੁਸੀਂ ਕਿੱਥੇ ਖੜੇ ਹੋ। ਇਹ ਬਚਨ ਸੁਣ ਕੇ ਉਹ ਸਾਫ਼ ਹੀ ਮੁੱਕਰ ਗਏ ਤੇ ਕਹਿਣ ਲੱਗੇ ਕਿ ਅਸੀਂ ਇਸ ਤਰ੍ਹਾਂ ਦੀਆਂ ਕਰਾਮਾਤਾਂ ਵਿੱਚ ਯਕੀਨ ਨਹੀਂ ਰੱਖਦੇ।
ਤੁਸੀਂ ਸਾਨੂੰ ਘਰ ਸੱਦ ਕੇ ਸਾਡੀ ਬੇਇੱਜ਼ਤੀ ਕੀਤੀ ਹੈ। ਇਹ ਬਹਾਨਾ ਪਾ ਕੇ ਰਾਤੋਂ ਰਾਤ ਹੀ ਆਪਣੇ ਵਤਨਾਂ ਨੂੰ ਪਤਰਾਵਾਚ ਗਏ। ਸਵੇਰੇ ਭੋਗ ਪੈਣ ਉਪਰੰਤ ਕੇਵਲ ਗੁਰਬਾਣੀ ਹੀ ਗੁਰੂ ਹੈ, ਇਸ ਵਿਸ਼ੇ ਉੱਪਰ ਸੰਗਤ ਵਿੱਚ ਵਿਚਾਰਾਂ ਹੋਈਆਂ। ਕੀਰਤਨ ਉਪਰੰਤ ਬਾਬਾ ਜੀ ਨੇ ਵੀ ਮੁਖਵਾਕ ਦੀ ਕਥਾ ਸੰਗਤਾਂ ਨੂੰ ਗੁਰੂ ਆਸ਼ੇ ਅਨੁਸਾਰ ਸਰਵਣ ਕਰਾਈ ਅਤੇ ਵਿਸ਼ੇਸ਼ ਪ੍ਰੇਰਣਾ ਦਿੱਤੀ ਕਿ ਜਿਸਨੇ ਵੀ ਗੁਰਬਾਣੀ ਗੁਰੂ ਪਾਸੋਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਹਨ, ਉਸ ਨੂੰ ਗੁਰੂ ਆਸ਼ੇ ਅਨੁਸਾਰ ਗੁਰੂ ਦੀਖਿਆ ਪ੍ਰਾਪਤ ਕਰਨੀ ਪਵੇਗੀ। ਗੁਰੂ ਦੀਖਿਆ ਦੇਣ ਦਾ ਅਧਿਕਾਰ ਸਤਿਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਸੌਂਪਿਆ ਹੈ। ਭਾਵ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹਰ ਗੁਰਸਿੱਖ ਲਈ ਅਤ ਲਾਜ਼ਮੀ ਹੈ, ਜ਼ਰੂਰੀ ਹੈ। ਜਦੋਂ ਗੁਰਸਿੱਖ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕ ਕੇ ਮਰਜ਼ਾਦਕ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਂਦਾ ਹੈ, ਫਿਰ ਉਸ ਸਿੱਖ ਨੂੰ ਕਿਸੇ ਦੇਹਧਾਰੀ ਗੁਰੂ ਦੀ ਬਿਲਕੁਲ ਹੀ ਕਦਾਚਿਤ ਹੀ ਲੋੜ ਨਹੀਂ ਰਹਿੰਦੀ। ਡਾਕਟਰ ਸਾਹਿਬ ਅਤੇ ਹੋਰ ਪ੍ਰੇਮੀਆਂ ਨੇ ਪ੍ਰੋਗਰਾਮ ਉਲੀਕ ਕੇ ਅੰਮ੍ਰਿਤ ਸੰਚਾਰ ਦਾ ਦਿਨ ਨਿਯਤ ਕਰ ਲਿਆ। ਬਾਬਾ ਜੀ ਨੇ ਹੋਰ 5 ਅੰਮ੍ਰਿਤਧਾਰੀ ਪ੍ਰੇਮੀਆਂ ਨੂੰ ਸ਼ਾਮਲ ਕਰਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅਤੇ ਕਾਫੀ ਸੰਗਤ ਨੇ ਲਾਹੌਰ ਵਿਖੇ ਅੰਮ੍ਰਿਤਪਾਨ ਕੀਤਾ। ਹਰ ਗੁਰਸਿੱਖ ਨੂੰ ਇਸ ਭੁਲੇਖੇ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਦੇਹਧਾਰੀ ਕੋ ਗੁਰੂ ਦੀ ਲੋੜ ਹੈ, ਕਿਉਂਕਿ ਕੇਵਲ ਗੁਰਸਿੱਖ ਦਾ ਗੁਰੂ ਗੁਰਬਾਣੀ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਰਾਗ ਨਟ ਵਿੱਚ ਦਰਜ ਇਹ ਪੰਕਤੀਆਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 982 ਤੇ ਦਰਜ ਹਨ, ਕਿਸੇ ਹੋਰ ਦੇਹਧਾਰੀ ਦੀ ਮਨੌਤ ਲਈ ਗੁੰਜਾਇਸ਼ ਨਹੀਂ ਰਹਿਣ ਦਿੰਦੀਆਂ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤਥਾ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੇਗੋ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। ਤਥਾ ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਲੋੜ ਹੈ ਗੁਰੂ ਕੀ ਬਾਣੀ ਨੂੰ ਸਤਿਗੁਰੂ ਸਰੂਪ ਜਾਣ ਕੇ ਭਰੋਸਾ ਅਤੇ ਸ਼ਰਧਾ ਕਰਨ ਦੀ। ਜੋ ਕਰੇਗਾ ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਇਸ ਹੁਕਮ ਮੁਤਾਬਕ ਪਾਰ ਹੋ ਜਾਵੇਗਾ। ਜੋ ਸੁਣੈ ਕਮਾਵੈ ਸੋ ਉਤਰੈ ਪਾਰ। 1947 ਦਾ ਬਟਵਾਰਾ। ਇੱਧਰ ਬਾਬਾ ਜੀ ਸੰਗਤ ਦੀ ਸੇਵਾ ਅਤੇ ਸਿਮਰਨ ਦਾ ਫਰਜ਼ ਨਿਭਾ ਰਹੇ ਸਨ। ਉਧਰ ਜੋ 1.5 ਸਾਲ ਪਹਿਲੇ ਸਤਿਗੁਰੂ ਜੀ ਨੇ ਬਾਬਾ ਜੀ ਨੂੰ ਅਨੁਭਵ ਵਿੱਚ ਦ੍ਰਿਸ਼ ਦਿਖਾਇਆ ਸੀ, ਉਹ ਸਾਕਾਰ ਰੂਪ ਵਿੱਚ ਵਰਤਣ ਲੱਗ ਪਿਆ। ਲੋਕਾਂ ਦੇ ਦਿਲਾਂ ਵਿੱਚ ਨਫ਼ਰਤ ਪੈਦਾ ਹੋ ਗਈ। ਜੋ ਲੋਕ ਇੱਕ ਦਿਨ ਪਹਿਲੇ ਸਖੀ ਭਰਾਵਾਂ ਵਾਂਗ ਪਿਆਰ ਮੁਹੱਬਤ ਵਿੱਚ ਵਿਚਰਦੇ ਸਨ, ਅੱਜ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਬੈਠੇ। ਸਾੜ ਫੂਕ ਲੁੱਟ ਮਾਰ ਸ਼ੁਰੂ ਹੋ ਗਈ। ਬਾਬਾ ਜੀ ਦੇ ਬਾਕੀ ਭਰਾ ਜੋ ਬਾਰ ਵਿੱਚ ਸਨ, ਵਿਚਾਰ ਕਰਨ ਲੱਗੇ ਕਿ ਅੱਜ ਤੱਕ ਅਸੀਂ ਹਰਨਾਮ ਸਿੰਘ ਨੂੰ ਦੁਨਿਆਵੀ ਭਰਾ ਹੀ ਸਮਝੀ ਗਏ, ਉਹਨਾਂ ਦੀ ਗੱਲ ਨਾ ਮੰਨੀ। ਜੇ ਉਦੋਂ ਉਹਨਾਂ ਦਾ ਕਹਿਣਾ ਮੰਨ ਲੈਂਦੇ ਤਾਂ ਅੱਜ ਇਹ ਮੁਸੀਬਤ ਨਾ ਬਣਦੀ। ਪਰ ਹੁਣ ਹੋ ਵੀ ਕੀ ਸਕਦਾ ਸੀ। ਕੇਵਲ ਪਛਤਾਵਾ ਪੱਲੇ ਰਹਿ ਗਿਆ ਜੋ ਖਿੰਨ ਖਿੰਨ ਪਲ ਪਲ ਹੋ ਰਿਹਾ ਸੀ। ਬਾਕੀ ਲੋਕਾਂ ਵਾਂਗ ਉਹਨਾਂ ਵੀ ਗੱਡਾ ਜੋੜਿਆ, ਜਿੰਨਾ ਕੁ ਸਮਾਨ ਲੈ ਸਕਦੇ ਸਨ ਗੱਡੇ ਤੇ ਰੱਖਿਆ, ਕਾਫਲੇ ਨਾਲ ਵਤਨ ਨੂੰ ਤੁਰ ਪਏ ਅਤੇ ਉਹ ਜ਼ਮੀਨ ਜਿਸ ਨੂੰ ਕਹਿੰਦੇ ਸਨ ਕਿ ਜੱਟ ਮਰ ਕੇ ਵੀ ਨਹੀਂ ਛੱਡਦਾ, ਜਿਉਂਦੇ ਜੀ ਛੱਡਣੀ ਪੈ ਗਈ। ਆਖਰ ਕਈ ਮੁਸੀਬਤਾਂ ਝਾਕਦੇ, ਕਤਲੇਆਮ ਹੁੰਦੇ ਦੇਖਦੇ ਭੁੱਖਣ ਭਾਣੇ ਸਿਰ ਤੇ ਮੌਤ ਦਾ ਸਹਿਮ ਚੁੱਕੀ ਕਈਆਂ ਦਿਨਾਂ ਬਾਅਦ ਆਪਣੇ ਪਿੰਡ ਧੁੱਗੇ ਪੁੱਜੇ। ਕੁਝ ਦਿਨ ਪਿੰਡ ਬਤੀਤ ਕਰਨ ਤੋਂ ਪਿੱਛੋਂ ਨਵੀਂ ਵਿਉਂਤਬੰਦੀ ਨੇ ਹਿਰਦੇ ਵਿੱਚ ਪ੍ਰਵੇਸ਼ ਕੀਤਾ। ਸਲਾਹ ਬਣੀ ਕਿ ਸਭ ਤੋਂ ਛੋਟੇ ਭਾਈ ਲਛਮਣ ਸਿੰਘ ਜੀ ਬਾਬਾ ਜੀ ਪਾਸ ਕਰੇਰੂਏ ਚਲੇ ਜਾਣ ਅਤੇ ਭਾਈ ਤਾਰਾ ਸਿੰਘ ਤੇ ਭਾਈ ਠਾਕਰ ਸਿੰਘ ਪਿੰਡ ਧੁੱਗੇ ਹੀ ਰਹਿਣ। ਇਸ ਨਵੀਂ ਵਿਉਂਤਬੰਦੀ ਮੁਤਾਬਕ ਭਾਈ ਲਛਮਣ ਸਿੰਘ ਜੀ ਕਰੇਰੂਏ ਧੌਲਪੁਰ ਪੁੱਜ ਗਏ ਤੇ ਖੇਤੀਬਾੜੀ ਦਾ ਕੰਮ ਸੰਭਾਲ ਲਿਆ। ਬਾਬਾ ਜੀ ਦੇ ਜਿੰਮੇ ਲੱਗੀ ਡਿਊਟੀ ਵਿੱਚੋਂ ਉਹਨਾਂ ਨੂੰ ਰਾਹਤ ਮਿਲ ਗਈ। ਬਾਬਾ ਜੀ ਉੱਤੇ ਤਾਂਤਰਿਕ ਯੋਗੀ ਨੇ ਆਪਣੇ ਤਾਂਤਰਿਕ ਸਾਧਨ ਨਾਲ ਦਬਾਅ ਪਾਉਣਾ ਅਤੇ ਬਾਬਾ ਜੀ ਨੇ ਗੁਰਮੰਤਰ ਦੀ ਸ਼ਕਤੀ ਦੁਆਰਾ ਉਸ ਦਾ ਮਾਨ ਤੋੜਨਾ। ਜੋ ਮਨੁੱਖ ਕਹਿਣੀ ਅਤੇ ਕਰਨੀ ਦਾ ਸੂਰਾ ਹੁੰਦਾ ਹੈ, ਉਸ ਦੇ ਮੁਖਾਰ ਬਿੰਦ ਵਿੱਚੋਂ ਨਿਕਲੇ ਬਚਨ ਬੜੇ ਅਸਰਦਾਇਕ ਤੇ ਪ੍ਰਭਾਵਸ਼ਾਲੀ ਹੁੰਦੇ ਹਨ। ਜੋ ਨਿਰਾ ਦੂਸਰਿਆਂ ਨੂੰ ਉਪਦੇਸ਼ ਹੀ ਦਿੰਦਾ ਹੈ, ਆਪ ਉਸ ਦੀ ਕਮਾਈ ਤੋਂ ਸਖਣਾ ਹੁੰਦਾ ਹੈ, ਉਸ ਦਾ ਅਸਰ ਦੂਸਰਿਆਂ ਉੱਪਰ ਨਾ ਮਾਤਰ ਹੀ ਹੁੰਦਾ ਹੈ। ਤਦ ਹੀ ਗੁਰਬਾਣੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਫਰਮਾਨ ਹੈ, ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ, ਪਾਛੈ ਅਵਰ ਰੀਝਾਵੈ। ਜੀਵ ਪਹਿਲੇ ਆਪ ਪੂਰਨ ਕਮਾਈ ਕਰਕੇ ਫਿਰ ਹੀ ਦੂਸਰਿਆਂ ਨੂੰ ਉਪਦੇਸ਼ ਦੇਵੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਉਸ ਜੀਵਾਤਮਾ ਨੂੰ ਕਿੰਨੀ ਵਡਿਆਈ ਦਿੰਦੇ ਹਨ ਜੋ ਆਪ ਉਸ ਪਿਆਰੇ ਪ੍ਰੀਤਮ ਦੀ ਅਰਾਧਨਾ ਕਰਕੇ
ਉਸ ਦੀ ਯਾਦ ਨੂੰ ਸਦੀਵੀ ਤੌਰ ਤੇ ਹਿਰਦੇ ਵਿੱਚ ਵਸਾ ਲੈਂਦਾ ਹੈ ਅਤੇ ਫਿਰ ਹੀ ਦੂਸਰੇ ਜਗਿਆਸੂਆਂ ਨੂੰ ਉਸ ਕਰਤੇ ਨਾਲ ਜੁੜਨ ਦੀ ਪ੍ਰੇਰਨਾ ਦਿੰਦਾ ਹੈ। ਸਾਹਿਬਾਂ ਦਾ ਫਰਮਾਨ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਭਾਈ ਗੁਰਦਾਸ ਜੀ ਦਾ ਵੀ ਫਰਮਾਨ ਹੈ ਕਿ ਹਉ ਤਿਸ ਘੋਲ ਕਮਾਇਆ, ਸਤਿਗੁਰ ਦਾ ਉਪਦੇਸ਼ ਕਮਾਵੈ। ਜੋ ਆਪ ਤਾਂ ਕਮਾਈ ਨਹੀਂ ਕਰਦੇ, ਕੇਵਲ ਦੂਸਰਿਆਂ ਨੂੰ ਹੀ ਉਪਦੇਸ਼ ਦਿੰਦੇ ਹਨ। ਬਾਬਾ ਕਬੀਰ ਜੀ ਦਾ ਉਹਨਾਂ ਪ੍ਰਤੀ ਫਤਵਾ ਹੈ, ਕਬੀਰ ਅਵਰੈ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖਤੇ, ਖਾਇਆ ਘਰ ਕਾ ਖੇਤ। ਅਤੇ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਫਰਮਾਨ ਬਾਬਾ ਕਬੀਰ ਜੀ ਦੇ ਇਸ ਉਪਰੋਕਤ ਫਰਮਾਨ ਦੀ ਹੀ ਪ੍ਰੋੜਤਾ ਵਿੱਚ ਹੈ ਕਿ ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਪਰ ਬਾਬਾ ਜੀ ਨੇ ਤਾਂ ਸਾਰੀ ਆਯੂ ਦੂਸਰਿਆਂ ਨੂੰ ਕਰਨ ਲਈ ਜੋ ਵੀ ਕਿਹਾ, ਪਹਿਲਾਂ ਆਪ ਉਸ ਦੀ ਪੂਰੀ ਕਮਾਈ ਕਰਕੇ ਆਪਣੇ ਜੀਵਨ ਵਿੱਚ ਢਾਲਿਆ, ਜਾਂ ਸਤਿਗੁਰੂ ਜੀ ਦੀ ਬਾਣੀ ਦੇ ਆਧਾਰ ਤੇ ਹੀ ਕੋਈ ਵਚਨ ਕੀਤਾ। ਸੋ ਇਹੋ ਜਿਹਾ ਕਰਨੀ ਵਾਲੇ ਜੀਵਨ ਦਾ ਆਲੇ ਦੁਆਲੇ ਦੇ ਵਾਤਾਵਰਣ ਤੇ ਪ੍ਰਭਾਵ ਪੈਣਾ ਕੁਦਰਤੀ ਸੀ। ਸੰਗਤਾਂ ਨੇ ਬਾਬਾ ਜੀ ਦੇ ਬਚਨਾਂ ਨੂੰ ਹਿਰਦੇ ਵਿੱਚ ਥਾਂ ਦਿੱਤੀ ਅਤੇ ਮਨਮਤ ਦਾ ਤਿਆਗ ਕਰਕੇ ਗੁਰਮਤ ਨੂੰ ਜੀਵਨ ਵਿੱਚ ਧਾਰਨ ਕੀਤਾ। ਸ਼ਰਾਬ ਦੀ ਥਾਂ ਅੰਮ੍ਰਿਤ ਨੇ ਲੈ ਲਈ ਅਤੇ ਮਾਸ ਦੀ ਤਾਮਸੀ ਖੁਰਾਕ ਛੱਡ ਕੇ ਲੋਕ ਸ਼ਾਕਾਹਾਰੀ ਬਣ ਗਏ। ਇਸੇ ਹੀ ਨਗਰ ਭਾਵ ਕਰੇਰੂਏ ਦੇ ਨਜ਼ਦੀਕ ਜੋਗਮਤ ਨਾਲ ਸੰਬੰਧਿਤ ਇੱਕ ਨਾਥ ਰਹਿੰਦਾ ਸੀ, ਜੋ ਥੋੜੀ ਇਰਦੀ ਸਿੱਧੀ ਦੀ ਸ਼ਕਤੀ ਰੱਖਣ ਸਦਕਾ ਲੋਕਾਂ ਨੂੰ ਵਰ ਸ਼ਰਾਬ ਦੇ ਡਰ ਦੇ ਕੇ ਆਪਣੀ ਪੂਜਾ ਕਰਵਾਉਂਦਾ ਸੀ। ਲੋਕ ਉਸ ਨੂੰ ਮਾਸ ਸ਼ਰਾਬ ਦੀਆਂ ਦਾਵਤਾਂ ਦਿੰਦੇ ਸਨ। ਜਿਉਂ ਹੀ ਲੋਕ ਬਾਬਾ ਜੀ ਦੀ ਪ੍ਰੇਰਨਾ ਨਾਲ ਗੁਰਮਤ ਵੱਲ ਪ੍ਰੇਰੇ ਗਏ ਤਾਂ ਉਸ ਜੋਗੀ ਦੀ ਮਾਨਤਾ ਵਿੱਚ ਫਰਕ ਪੈਣਾ ਕੁਦਰਤੀ ਹੀ ਸੀ। ਇਸ ਸਾਰੀ ਮਾਨਤਾ ਦੇ ਘਟਣ ਦਾ ਕਾਰਨ ਵੀ ਉਸ ਜੋਗੀ ਨੂੰ ਪਤਾ ਲੱਗ ਚੁੱਕਾ ਸੀ। ਉਸਨੇ ਸੋਚਿਆ ਕਿ ਜਿਸ ਨੇ ਮੇਰੇ ਇਸ ਚੱਲਦੇ ਰੁਜ਼ਗਾਰ ਤੇ ਲੱਤ ਮਾਰੀ ਹੈ, ਮੈਂ ਉਸ ਨੂੰ ਆਪਣੀ ਸ਼ਕਤੀ ਨਾਲ ਇਸ ਨਗਰ ਵਿੱਚ ਨਹੀਂ ਰਹਿਣ ਦੇਣਾ ਅਤੇ ਆਪਣੀ ਘਟੀ ਪ੍ਰਤਿਸ਼ਠਤਾ ਨੂੰ ਬਹਾਲ ਕਰਨ ਲਈ ਉਸ ਨੂੰ ਨੀਵਾਂ ਵੀ ਦਿਖਾ ਲੈਣਾ ਹੈ। ਪਰ ਜਿਵੇਂ ਗੁਰਬਾਣੀ ਦਾ ਪ੍ਰਮਾਣ ਗੁਰੂ ਅੰਗਦ ਦੇਵ ਸਾਹਿਬ ਦੇ ਮੁਖਾਰਬਿੰਦ ਤੋਂ ਹੈ ਕਿ ਮੰਤਰੀ ਹੋਏ ਅਠੋਇਆਂ, ਨਾਗੀ ਲੱਗਿਆ ਜਾਏ, ਆਪਣ ਹੱਥੀਂ ਆਪਣਾ ਦੇ ਕੂਚਾ ਲਾਏ। ਸਰਦੀ ਦਾ ਮੌਸਮ ਸੀ। ਬਾਬਾ ਜੀ ਆਪਣੇ ਰਿਹਾਇਸ਼ੀ ਸਥਾਨ ਦੇ ਬਾਹਰ ਧੁੱਪ ਵਿੱਚ ਬੈਠੇ ਨਾਮ ਸਿਮਰਨ ਵਿੱਚ ਲੀਨ ਸਨ। 200 ਗਜ ਦੀ ਵਿੱਥ ਤੇ ਇੱਕ ਪਗਡੰਡੀ ਸੀ। ਉਸ ਤਾਂਤਰਿਕ ਜੋਗੀ ਨੇ ਉੱਥੇ ਖਲੋ ਕੇ ਆਪਣੀ ਤਾਂਤਰਿਕ ਸ਼ਕਤੀ, ਜਿਸ ਵਿੱਚ ਉਹ ਕਾਫੀ ਮਾਹਰ ਸੀ, ਨਾਲ ਬਾਬਾ ਜੀ ਨੂੰ ਕੁਝ ਕਰਨਾ ਚਾਹਿਆ। ਬਾਬਾ ਜੀ ਨੂੰ ਤਾਂ ਇਸ ਬਾਰੇ ਪਤਾ ਨਹੀਂ ਸੀ ਕਿ ਜੋਗੀ ਸਾਡੇ ਉੱਪਰ ਆਪਣੀ ਤਾਂਤਰਿਕ ਸ਼ਕਤੀ ਚਲਾ ਰਿਹਾ ਹੈ। ਆਪ ਜੀ ਸਿਮਰਨ ਵਿੱਚ ਬੈਠੇ ਮਗਨ ਸਨ। ਬਾਬਾ ਜੀ ਨੇ ਦੱਸਿਆ ਕਰਦੇ ਸਨ ਕਿ ਅਚਾਨਕ ਸਾਡੇ ਦਿਲ ਨੂੰ ਕਾਹਲੀ ਜੀ ਪੈਣ ਲੱਗੀ, ਥੋੜੀ ਘਬਰਾਹਟ ਜੀ ਮਹਿਸੂਸ ਹੋਈ। ਆਲੇ ਦੁਆਲੇ ਨਿਗਾਹ ਮਾਰੀ ਤਾਂ ਸਾਹਮਣੇ ਉਹ ਜੋਗੀ ਖੜਾ ਦਿਸਿਆ। ਬਾਬਾ ਜੀ ਨੇ ਕੋਈ ਖਾਸ ਧਿਆਨ ਨਾ ਕੀਤਾ ਤੇ ਮੁੜ ਸਿਮਰਨ ਵਿੱਚ ਜੁਟ ਗਏ। ਅਗਲੇ ਦਿਨ ਫਿਰ ਉਸੇ ਜਗ੍ਹਾ ਖਲੋ ਕੇ ਜੋਗੀ ਨੇ ਆਪਣੀ ਸ਼ਕਤੀ ਨਾਲ ਬਾਬਾ ਜੀ ਉੱਪਰ ਬਲ ਪਾਉਣਾ ਚਾਹਿਆ। ਉਸ ਦੀ ਸ਼ਕਤੀ ਨਾਲ ਬਾਬਾ ਜੀ ਦੀ ਬਿਰਤੀ ਫਿਰ ਉਥਾਨ ਹੋਈ। ਨੇਤਰ ਖੋਲ੍ਹ ਕੇ ਵੇਖਿਆ, ਪਤਾ ਚੱਲਿਆ ਕਿ ਉਹ ਹੀ ਕੱਲ੍ਹ ਵਾਲਾ ਨਾਥ ਉਸੇ ਜਗ੍ਹਾ ਤੇ 200-250 ਗਜ ਤੇ ਖੜਾ ਕੁਝ ਕਰ ਰਿਹਾ ਹੈ। ਬਾਬਾ ਜੀ ਮੁੜ ਸਿਮਰਨ ਵਿੱਚ ਮਗਨ ਹੋ ਗਏ। ਤੀਸਰੇ ਦਿਨ ਫਿਰ ਉਸ ਨਾਥ ਨੇ ਪਹਿਲੇ ਦਿਨਾਂ ਵਾਂਗ ਹੀ ਕੀਤਾ। ਬਾਬਾ ਜੀ ਨੇ ਵੇਖਿਆ ਕਿ ਇਹ ਆਪਣੇ ਕੰਮ ਤੋਂ ਅਜੇ ਹਟਿਆ ਨਹੀਂ, ਆਪਣਾ ਜ਼ੋਰ ਲਾਈ ਹੀ ਜਾਂਦਾ ਹੈ। ਤਦ ਆਪ ਜੀ ਨੇ ਜੋਗੀ ਦੇ ਤਾਂਤਰਿਕ ਬਲ ਨੂੰ ਰੋਕਣ ਲਈ ਉਸ ਵੱਲ ਨਿਗਾਹ ਕਰਕੇ ਇਕਾਗਰਤਾ ਸਹਿਤ ਸਵਾਸ ਦੇ ਨਾਲ ਉੱਚੀ ਵਾਹਿਗੁਰੂ ਕਿਹਾ। ਪਹਿਲੀ ਵਾਰ ਗੁਰਮੰਤਰ ਦਾ ਉਚਾਰਨ ਕਰਨ ਨਾਲ ਉਹ ਜੋਗੀ ਜ਼ਮੀਨ ਤੇ ਡਿੱਗ ਪਿਆ। ਜਦੋਂ ਦੂਸਰੀ ਵਾਰ ਇਸੇ ਤਰ੍ਹਾਂ ਉੱਚੀ ਸੁਰ ਵਿੱਚ ਵਾਹਿਗੁਰੂ ਕਿਹਾ ਤਾਂ ਉਹ ਨਾਥ 4 ਫੁੱਟ ਦੇ ਕਰੀਬਨ ਜ਼ਮੀਨ ਤੇ ਘਿਸਰਦਾ ਹੋਇਆ ਬਾਬਾ ਜੀ ਵੱਲ ਖਿੱਚਿਆ ਗਿਆ, ਜਿਵੇਂ ਕਿਸੇ ਨੂੰ ਰੱਸੇ ਨਾਲ ਬੰਨ੍ਹ ਕੇ ਖਿੱਚੀਦਾ ਹੈ। ਜਦੋਂ ਤੀਸਰੀ ਵਾਰ ਇਸੇ ਤਰ੍ਹਾਂ ਗੁਰਮੰਤਰ ਦਾ ਉਚਾਰਨ ਬਾਬਾ ਜੀ ਨੇ ਕੀਤਾ ਤਾਂ ਫਿਰ ਉਹ ਉਸੇ ਤਰ੍ਹਾਂ ਹੀ ਖਿੱਚਿਆ ਗਿਆ। ਉਸਨੇ ਉੱਥੋਂ ਹੀ ਮੁਆਫੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਨੂੰ ਬਖਸ਼ ਦਿਓ, ਮੈਥੋਂ ਗਲਤੀ ਹੋ ਗਈ ਹੈ। ਮੁੜ ਕੇ ਮੈਂ ਕਿਸੇ ਵੀ ਸਿੱਖ ਸੰਤ ਨੂੰ ਕਦੇ ਵੀ ਕੁਝ ਨਹੀਂ ਕਹਿੰਦਾ, ਹੁਣ ਬਖਸ਼ ਦੇਵੋ। ਬਾਬਾ ਜੀ ਦੱਸਿਆ ਕਰਦੇ ਸਨ ਕਿ ਜਿਸ ਭਾਵਨਾ ਨਾਲ ਅਸੀਂ ਪਹਿਲਾਂ 3 ਵਾਰੀ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕੀਤਾ ਸੀ, ਭਾਵ ਉਸ ਦੇ ਬਲ ਨੂੰ ਕਾਬੂ ਕਰਨ ਲਈ ਤੇ ਉਸ ਦੇ ਬਲ ਨੂੰ ਹਟਾਉਣ ਵਾਸਤੇ, ਸੋ ਉਸ ਭਾਵਨਾ ਦਾ ਤਿਆਗ ਕਰ ਦਿੱਤਾ ਤੇ ਪਹਿਲੇ ਵਾਂਗ ਸਿਮਰਨ ਜਾਰੀ ਰੱਖਿਆ। ਥੋੜੇ ਸਮੇਂ ਬਾਅਦ ਉਹ ਜੋਗੀ ਉੱਠਿਆ ਅਤੇ ਦੂਰੋਂ ਹੀ ਨਮਸਕਾਰਾਂ ਕਰਦਾ ਚਲਾ ਗਿਆ।
ਸਿਮਰਨ ਤੋਂ ਬਾਅਦ ਬਾਬਾ ਜੀ ਨੇ ਉੱਠ ਕੇ ਉਹ ਜਗ੍ਹਾ ਵੇਖੀ ਜਿੱਥੇ ਨਾਥ ਡਿੱਗਿਆ ਸੀ। ਉੱਥੇ ਜਿਵੇਂ ਕਿਸੇ ਨੂੰ ਮਿੱਟੀ ਵਿੱਚ ਘਸੀਟੀਦਾ ਹੈ, ਇਸ ਪ੍ਰਕਾਰ ਨਿਸ਼ਾਨ ਪਾਏ ਹੋਏ ਸਨ। ਇਸ ਘਟਨਾ ਨਾਲ ਮਨ ਵਿੱਚ ਹੋਰ ਵੀ ਪਰਪੱਕਤਾ ਹੋ ਗਈ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਜੋ ਗੁਰਮੰਤਰ ਬਖਸ਼ਿਸ਼ ਕੀਤਾ ਹੈ, ਇਹ ਸਭ ਤੋਂ ਸ਼੍ਰੋਮਣੀ ਤੇ ਸਭ ਤੋਂ ਵੱਧ ਸ਼ਕਤੀਮਾਨ ਹੈ। ਧੰਨ ਹਨ ਸਤਿਗੁਰੂ ਜੀ, ਜਿਨ੍ਹਾਂ ਨੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਚੌਹਾਂ ਯੁੱਗਾਂ ਦੇ ਮੰਤਰਾਂ ਵਿੱਚੋਂ ਇੱਕ ਇੱਕ ਅੱਖਰ ਲੈ ਕੇ ਚਾਰੇ ਯੁੱਗਾਂ ਦੇ ਮੰਤਰਾਂ ਦਾ ਫਲਦਾਤਾ ਵਾਹਿਗੁਰੂ ਗੁਰਮੰਤਰ ਆਪਣੇ ਗੁਰਸਿੱਖਾਂ ਨੂੰ ਬਖਸ਼ਿਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ 49ਵੀਂ ਪੌੜੀ ਵਿੱਚ, ਪਹਿਲੀ ਵਾਰ ਦੀ 49ਵੀਂ ਪੌੜੀ ਵਿੱਚ ਵਾਹਿਗੁਰੂ ਗੁਰਮੰਤਰ ਦੇ ਫਲ ਬਾਰੇ ਸਾਨੂੰ ਅਗਵਾਈ ਦਿੰਦੇ ਨੇ ਕਿ ਸਤਿਯੁਗ ਸਤਿਗੁਰ ਵਾਸਦੇਵ ਵਵਾ ਵਿਸ਼ਨੂੰ ਨਾਮ ਜਪਾਵੈ, ਦੁਆਪਰ ਸਤਿਗੁਰ ਹਰੀ ਕ੍ਰਿਸ਼ਨ ਹਾਹਾ ਹਰ ਹਰ ਨਾਮ ਜਪਾਵੈ, ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੈ ਸੁਖ ਪਾਵੈ, ਕਲਯੁਗ ਨਾਨਕ ਗੁਰ ਗੋਬਿੰਦ ਗੱਗਾ ਗੋਬਿੰਦ ਨਾਮ ਅਲਾਵੈ, ਚਾਰੇ ਜਾਗੇ ਚੌਂ ਜੁਗੀ ਪੰਚਾਇਣ ਵਿੱਚ ਜਾਇ ਸਮਾਵੈ, ਚਾਰੋਂ ਅੱਛਰ ਇੱਕ ਕਰ ਵਾਹਿਗੁਰੂ ਜਪ ਮੰਤਰ ਸੁਣਾਵੈ, ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ। ਅਤੇ ਸਰਬਲੋਕ ਗ੍ਰੰਥ ਅਨੁਸਾਰ ਇਹ ਸ੍ਰੇਸ਼ਟ ਸਾਰ ਮੰਤਰ ਸਤਿਗੁਰਾਂ ਨੇ ਆਪਣੇ ਪਿਆਰੇ ਖਾਲਸੇ ਨੂੰ ਬਖਸ਼ਿਸ਼ ਕੀਤਾ। ਸਾਰ ਮੰਤਰ ਚਾਰੋਂ ਕਾ ਚਾਰ, ਵਾਹਿਗੁਰੂ ਮੰਤਰ ਨਿਰਧਾਰ, ਕਲਪ ਕਲਪ ਪ੍ਰਤ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਾਪਿਓ ਸਹੀ, ਨਿਜ ਆਤਮ ਪਰਮਾਤਮ ਦਰਸਿਓ, ਚਾਰ ਕਲਪ ਮਹਿ ਮੰਤਰ ਸਰਸਿਓ, ਸਾ ਮੰਤਰ ਪ੍ਰਭ ਖਾਲਸਹਿ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਥੋੜੇ ਦਿਨਾਂ ਪਿੱਛੋਂ ਹੀ ਉਹ ਤਾਂਤਰਿਕ ਜੋਗੀ ਕਰੇਰੂਏ ਪਿੰਡ ਦੀ ਜੂਹ ਵਿੱਚੋਂ ਆਪਣਾ ਡੇਰਾ ਛੱਡ ਕੇ ਕਿਸੇ ਹੋਰ ਅਣਦੱਸੀ ਥਾਂ ਤੇ ਪਤਰਾਵਾਚ ਗਿਆ। ਗੁਰੂ ਹੁਕਮ ਵਿੱਚ ਰਾਮਪੁਰ ਖੇੜੇ ਨੂੰ ਗੁਰਮਤ ਪ੍ਰਚਾਰ ਕੇਂਦਰ ਬਣਾਉਣਾ। ਇੱਕ ਦਿਨ ਸਿਮਰਨ ਵਿੱਚ ਲੀਨ ਆਨੰਦ ਮਗਨ ਅਵਸਥਾ ਦਾ ਰੰਗ ਮਾਣ ਦੀ ਸੁਰਤੀ ਵਿੱਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਬਾਬਾ ਜੀ ਨੂੰ ਹੋਏ। ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਹਰਨਾਮ ਸਿੰਘ, ਤੁਸੀਂ ਹੁਣ ਇਸ ਇਕਾਂਤ ਨੂੰ ਛੱਡ ਕੇ ਆਪਣੇ ਹੀ ਇਲਾਕੇ ਵਿੱਚ ਚਲੇ ਜਾਵੋ, ਜੋ ਕਿ ਗੁਰਸਿੱਖੀ ਵੱਲੋਂ ਬਹੁਤ ਪਿੱਛੇ ਹੈ ਅਤੇ ਨਾਸਤਿਕਤਾ ਦੀ ਡੂੰਘੀ ਦਲਦਲ ਵਿੱਚ ਫਸਿਆ ਹੋਇਆ ਹੈ। ਉਹਨਾਂ ਲੋਕਾਂ ਨੂੰ ਗੁਰਮਤ ਗਾਡੀ ਰਾਹ ਉੱਪਰ ਤੋਰੋ ਅਤੇ ਗੁਰਸਿੱਖੀ ਦਾ ਪ੍ਰਚਾਰ ਕਰੋ। ਇਹ ਹੁਕਮੀ ਵਾਕ ਕੰਨਾਂ ਰਾਹੀਂ ਬਾਬਾ ਜੀ ਦੇ ਤੁਰ ਅੰਦਰ ਉਤਰ ਗਏ। ਨਾਲ ਹੀ ਸਵਾਲ ਉਤਪਨ ਹੋਇਆ ਕਿ ਸਤਿਗੁਰੂ ਜੀ ਜਾਵਾਂ ਕਿੱਥੇ, ਪਿੰਡ ਜਾਂ ਕਿਸੇ ਹੋਰ ਜਗ੍ਹਾ? ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਹੁਣ ਪਿੰਡ ਨਹੀਂ ਠਹਿਰਨਾ, ਤੁਹਾਡੇ ਪਿੰਡ ਤੋਂ ਚੜ੍ਹਦੇ ਪਾਸੇ 4-5 ਮੀਲ ਤੇ ਇੱਕ ਉਜਾੜ ਥੇਹ ਹੈ, ਉਸ ਜਗ੍ਹਾ ਨੂੰ ਕੇਂਦਰ ਬਣਾਉਣਾ ਹੈ। ਸੁਰਤੀ ਵਿੱਚ ਉਹ ਜਗ੍ਹਾ ਵੀ ਦਿਸ ਪਈ, ਇੱਕ ਬੜਾ ਭਾਰੀ 10-12 ਬੋਹੜਾਂ ਦਾ ਝੁੰਡ, ਹੇਠਾਂ ਛੋਟੇ-ਛੋਟੇ ਹੋਰ ਦਰਖਤਾਂ ਨਾਲ ਇੱਕ ਬੇਆਬਾਦ ਝਿੜਾ ਬਣਿਆ ਹੋਇਆ ਹੈ। ਨਾ ਹੀ ਇੱਥੇ ਕੋਈ ਕਮਰਾ, ਨਾ ਕੋਈ ਟਿਕਾਣਾ, ਸਿਵਾਏ ਉਜਾੜ ਦੇ ਇੱਥੇ ਹੋਰ ਕੋਈ ਵਸਤੂ ਨਹੀਂ। ਫਿਰ ਮਨ ਵਿੱਚ ਫੁਰਨਾ ਆਇਆ ਕਿ ਮੈਂ ਤਾਂ ਸਾਰੀ ਆਯੂ ਆਪਣੇ ਇਲਾਕੇ ਤੋਂ ਬਾਹਰ ਹੀ ਰਿਹਾ ਹਾਂ, ਮੇਰਾ ਤਾਂ ਇਸ ਇਲਾਕੇ ਵਿੱਚ ਕੋਈ ਜਾਣੂ ਪਛਾਣੂ ਵੀ ਨਹੀਂ, ਕਿਵੇਂ ਤੇ ਕੀ ਕਰਾਂਗਾ? ਗੁਰੂ ਮਹਾਰਾਜ ਨੇ ਫਿਰ ਹੁਕਮ ਕੀਤਾ, ਹਰਨਾਮ ਸਿੰਘ, ਤੂੰ ਜਾ ਕੇ ਬਸ ਬੈਠ ਜਾ, ਬਾਕੀ ਸਾਰੇ ਪ੍ਰਬੰਧ ਪਰਮੇਸ਼ਰ ਆਪ ਕਰਨਗੇ। ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ ਸੋ ਪ੍ਰਭ ਜਾਪੇ। ਬਾਬਾ ਜੀ ਮਨੋਂ ਇਕਾਂਤ ਵਿੱਚ ਟਿਕ ਕਰਕੇ ਹੀ ਸਤਿਗੁਰੂ ਜੀ ਵੱਲੋਂ ਬਖਸ਼ੇ ਇਲਾਹੀ ਨਾਮ ਰਸ ਦਾ ਆਨੰਦ ਮਾਣਨਾ ਚਾਹੁੰਦੇ ਸਨ। ਪਰ ਸਤਿਗੁਰੂ ਜੀ ਦਾ ਹੁਕਮ ਤਾਂ ਸੀ ਕਿ ਹੁਣ ਇਸ ਇਕਾਂਤ ਨੂੰ ਛੱਡ ਕੇ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕਰਨਾ ਹੈ। ਭਾਵੇਂ ਬਾਬਾ ਜੀ ਦਾ ਮਨ ਇਸ ਅਗੰਮੀ ਰਸ ਨਾਲ ਸਰਸ਼ਾਰ ਇਕਾਂਤ ਨੂੰ ਛੱਡਣ ਲਈ ਬਿਲਕੁਲ ਨਹੀਂ ਸੀ ਮੰਨਦਾ, ਪਰ ਦੂਸਰੇ ਪਾਸੇ ਆਪਣੇ ਗੁਰਦੇਵ ਦਾ ਹੁਕਮ ਸੀ। ਪਰ ਹੁਕਮ ਮੰਨਣਾ ਸਭ ਤੋਂ ਔਖੀ ਖੇਡ ਹੈ। ਹੁਕਮ ਅੱਗੇ ਜੀਵ ਦੀ ਆਪਣੀ ਕੋਈ ਹਸਤੀ ਨਹੀਂ ਰਹਿੰਦੀ, ਹੁਕਮ ਅੱਗੇ ਆਪਣੀ ਕੋਈ ਮਰਜ਼ੀ ਨਹੀਂ, ਨਾ ਹੀ ਕੋਈ ਹੀਲ ਹੁਜਤ, ਬਸ ਜਿਉਂਦੇ ਹੀ ਮਰਨਾ ਪੈਂਦਾ ਹੈ। ਮੁਰਦਾ ਹੋਏ ਮਰੀਦ, ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ, ਭਰਮ ਭਉ ਖੋਵਣਾ, ਗੋਲਾ ਮੁੱਲ ਖਰੀਦ, ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ, ਨਾ ਖਾਣਾ ਸੋਵਣਾ। ਹੁਕਮ ਵਿੱਚ ਤਾਂ ਗੁਰੂ ਅਰਜਨ ਦੇਵ ਜੀ ਦੇ ਇਸ ਹੁਕਮ ਮੁਤਾਬਕ ਜੀਵਨ ਬਸਰ ਕਰਨਾ ਪੈਂਦਾ ਹੈ। ਤਿਆਗੀ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ, ਇਉਂ ਪਾਵੈ ਹਰ ਦਰਸਾਵੜਾ, ਨਹਿ ਲੱਗੈ ਤਤੀ ਵਾਉ ਜੀਓ। ਗੁਰੂ ਘਰ ਵਿੱਚ ਤਾਂ ਹੁਕਮ ਹੀ ਪ੍ਰਵਾਨ ਹੈ ਤੇ ਹੁਕਮ ਹੀ ਪ੍ਰਧਾਨ ਹੈ। ਜੋ ਹੁਕਮ ਮੰਨਦਾ ਹੈ, ਹੁਕਮ ਅੱਗੇ ਸਿਰ ਝੁਕਾਉਂਦਾ ਹੈ, ਉਹ ਖਸਮ ਨੂੰ ਭਾ ਜਾਂਦਾ ਹੈ।
ਭਾਈ ਗੁਰਦਾਸ ਜੀ ਦਾ ਬਚਨ ਹੈ, ਖਸਮੈ ਸੋਈ ਭਾਵਦਾ, ਖਸਮੇ ਦਾ ਜਿਸ ਭਾਣਾ ਭਾਵੈ, ਭਾਣਾ ਮੰਨੇ ਮੰਨੀਐ, ਆਪਣਾ ਭਾਣਾ ਆਪ ਮਨਾਵੈ। ਤਥਾ ਗੁਰੂ ਅਮਰਦਾਸ ਜੀ ਦਾ ਇਹ ਫਰਮਾਨ, ਹੁਕਮ ਮੰਨੈ ਸੋ ਜਨ ਪ੍ਰਵਾਨ, ਵੀ ਸਾਡੇ ਲਈ ਪ੍ਰੇਰਨਾ ਸਰੋਤ ਹੈ। ਤਥਾ ਗੁਰੂ ਅਰਜਨ ਦੇਵ ਜੀ ਹੁਕਮ ਕਰਦੇ ਹਨ ਕਿ ਹਰ ਕਾ ਭਾਣਾ ਮੰਨੈ ਸੇ ਜਨ ਪ੍ਰਵਾਨ। ਜੋ ਹੁਕਮ ਮੰਨਣ ਦੀ ਇਸ ਅਤਿਅੰਤ ਔਖੀ ਖੇਡ ਨੂੰ ਖੇਡ ਲੈਂਦਾ ਹੈ, ਉਸ ਨੂੰ ਹੁਕਮੀ ਵਿੱਚ ਸਮਾਈ ਮਿਲ ਜਾਂਦੀ ਹੈ। ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਦਾ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 421 ਤੇ ਸਾਡੇ ਲਈ ਪ੍ਰੇਰਨਾ ਦੇ ਰਿਹਾ ਹੈ, ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨਾ। ਬਾਬਾ ਜੀ ਨੇ ਸਤਿਗੁਰੂ ਜੀ ਦੇ ਇਸ ਹੁਕਮ ਅੱਗੇ ਸਿਰ ਝੁਕਾਇਆ ਅਤੇ ਸਤ ਬਚਨ ਕਹਿ ਕੇ ਮਨ ਵਿੱਚ ਨਿਰਣਾ ਕਰ ਲਿਆ ਕਿ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨ ਲਈ ਉਹਨਾਂ ਦਾ ਹੁਕਮ ਸਿਰ ਮੱਥੇ ਵਜਾਉਣਾ ਹੈ। ਇਸ ਲਈ ਇਸ ਇਕਾਂਤ ਚੋਂ ਹੁਣ ਜਲਦੀ ਹੀ ਚਾਲੇ ਪਾ ਦੇਣੇ ਹਨ। ਇਨ੍ਹਾਂ ਹੀ ਦਿਨਾਂ ਵਿੱਚ ਬਾਬਾ ਜੀ ਦੇ ਛੋਟੇ ਭਾਈ ਸਰਦਾਰ ਲਛਮਣ ਸਿੰਘ ਜੀ ਕੰਮਕਾਰ ਸਾਂਭਣ ਵਾਸਤੇ ਪਰਿਵਾਰ ਸਹਿਤ ਪਿੰਡ ਧੁੱਗੇ ਤੋਂ ਕਰੇਰੂਏ ਪੁੱਜ ਚੁੱਕੇ ਸਨ। ਬਾਬਾ ਜੀ ਨੇ ਉਹਨਾਂ ਨੂੰ ਬੇਨਤੀ ਕਰ ਦਿੱਤੀ ਕਿ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਅਸੀਂ ਹੁਣ ਪੰਜਾਬ ਜਾ ਕੇ ਗੁਰਸਿੱਖੀ ਪ੍ਰਚਾਰ ਦੀ ਸੇਵਾ ਕਰਨੀ ਹੈ। ਇਸ ਲਈ ਹੁਣ ਤੁਸੀਂ ਕਾਰੋਬਾਰ ਦਾ ਭਾਰ ਆਪਣੇ ਮੋਢਿਆਂ ਤੇ ਲੈ ਲਵੋ। ਰਾਜਸਥਾਨ ਤੋਂ ਪੰਜਾਬ ਵੱਲ ਬਾਬਾ ਜੀ ਨੇ ਚਾਲੇ ਪਾ ਦੇਣੇ। ਇਸ ਪ੍ਰਕਾਰ ਪਿੰਡ ਕਰੇਰੂਏ ਤੋਂ ਚੱਲ ਕੇ ਬਾਬਾ ਜੀ ਪਿੰਡ ਧੁੱਗੇ ਮਾਤਾ ਜੀ ਪਾਸ ਪੁੱਜੇ। ਆਪਣੇ ਮਾਤਾ ਜੀ ਨੂੰ ਮਿਲ ਕੇ ਗੁਰੂ ਮਹਾਰਾਜ ਜੀ ਵੱਲੋਂ ਦਿੱਤੇ ਸੰਕੇਤ ਦੇ ਆਧਾਰ ਤੇ ਸਦੀਆਂ ਤੋਂ ਵੈਰਾਨ ਪਏ ਥੇ ਉੱਪਰ, ਜਿੱਥੇ ਅੱਜ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਸੁਸ਼ੋਭਿਤ ਹੈ, ਇੱਥੇ ਪੁੱਜੇ। ਸਾਰੀ ਜਗ੍ਹਾ ਫਿਰ ਤੁਰ ਕੇ ਵੇਖੀ। ਉਪਰੰਤ ਸ਼ਾਮ ਨੂੰ ਨਜ਼ਦੀਕ ਦੇ ਪਿੰਡ ਬਾਲੇ ਵਿਖੇ ਭਾਈ ਗੁਰਬਖਸ਼ ਸਿੰਘ ਜੀ, ਜੋ ਬਾਬਾ ਜੀ ਦੇ 119 ਚੱਕ ਸਰਗੋਧਾ ਵਿਖੇ ਰਹਿੰਦੇ ਸਮੇਂ ਤੋਂ ਵਾਕਫ ਸਨ, ਉਹਨਾਂ ਦੇ ਘਰ ਪੁੱਜੇ। ਰਾਤ ਦਾ ਟਿਕਾਣਾ ਇੱਥੇ ਕੀਤਾ ਤੇ ਆਪਣਾ ਵਿਚਾਰ ਦੱਸਿਆ ਕਿ ਅਸੀਂ ਹੁਣ ਤੁਹਾਡੇ ਲਾਗਲੇ ਥੇ ਤੇ ਟਿਕਾਣਾ ਕਰਨਾ ਹੈ, ਭਜਨ ਸਿਮਰਨ ਅਤੇ ਗੁਰਸਿੱਖੀ ਪ੍ਰਚਾਰ ਕਰਨਾ ਹੈ। ਸਾਧ ਗੁਰਬਖਸ਼ ਸਿੰਘ ਹੋਰਾਂ ਨੇ ਵੀ ਬੜੀ ਖੁਸ਼ੀ ਪ੍ਰਗਟਾਈ ਕਿ ਇਸ ਸੁਭਾਗ ਸਮੇਂ ਨਾਲ ਸਾਨੂੰ ਵੀ ਹਰ ਰੋਜ਼ ਆਪ ਜੀ ਦੇ ਦਰਸ਼ਨ ਹੋ ਜਾਇਆ ਕਰਨਗੇ ਅਤੇ ਸੰਗਤ ਕਰਨ ਦਾ ਸੁਭਾਗ ਬਣ ਜਾਵੇਗਾ। ਦਿਨ ਚੜ੍ਹਦੇ ਤੋਂ ਬਾਬਾ ਜੀ ਨੇ ਭਾਈ ਗੁਰਬਖਸ਼ ਸਿੰਘ ਨੂੰ ਨਾਲ ਲਿਆ। ਫਿਰ ਦੁਬਾਰਾ ਇਸ ਬੇਆਬਾਦ ਥੇ ਦਾ ਨਿਰੀਖਣ ਕੀਤਾ ਅਤੇ ਸਿਰ ਲਕਾਉਣ ਜੋਗਾ ਬਿਨਾਂ ਖਰਚ ਤੋਂ ਕਿਵੇਂ ਤੇ ਕਿੱਥੇ ਟਿਕਾਣਾ ਬਣ ਸਕਦਾ ਹੈ। ਜਿੱਥੇ ਅੱਜ-ਕੱਲ ਟਿਊਬਲ ਅਤੇ ਇਸ਼ਨਾਨ ਘਰ ਹੈ, ਇੱਧਰ ਉਸ ਸਮੇਂ ਦਰਖਤ ਘੱਟ ਸਨ ਤੇ ਪਾਸਾ ਨੀਵਾਂ ਸੀ। ਬਾਬਾ ਜੀ ਨੇ ਸੁਝਾਅ ਦਿੱਤਾ ਕਿ ਜੇ ਤੁਸੀਂ ਆਪਣੇ ਨਾਲ 2-3 ਸਾਥੀ ਲੈ ਕੇ ਇਸ ਉੱਚੇ ਢਹੇ ਵਿੱਚ ਇੱਕ ਕੁੰਦਰਾ ਜਿਹੀ ਭਾਵ ਕੱਚੀ ਗੁਫਾ ਬਣਾ ਦੇਵੋ, ਜਿਸ ਵਿੱਚ ਇੱਕ ਮੰਜੀ ਡਹਿ ਸਕੇ। ਦਰਵਾਜ਼ੇ ਦੀ ਜਗ੍ਹਾ ਅਸੀਂ ਕਾਨਿਆਂ ਦਾ ਖਿੜਕਾ ਬਣਾ ਲਵਾਂਗੇ। ਭਾਈ ਗੁਰਬਖਸ਼ ਸਿੰਘ ਨੇ ਸਤ ਬਚਨ ਕਹਿ ਕੇ ਅਗਲੇ ਹੀ ਦਿਨ ਆਪਣੇ ਨਾਲ ਆਪਣੇ ਪਿੰਡ ਦੇ 1-2 ਸਾਥੀ, ਜਿਨ੍ਹਾਂ ਵਿੱਚ ਸਾਹ ਹਰੀ ਸਿੰਘ ਜੀ ਅਤੇ ਸਾਧ ਸੋਂਧਾ ਸਿੰਘ ਜੀ ਬਾਲਿਆਂ ਤੋਂ ਸਨ, ਕਈਆਂ ਅਤੇ ਸੱਬਲਾਂ ਨਾਲ ਉਸ ਉੱਚੇ ਢਹੇ ਨੂੰ, ਉੱਚੀ ਜਗ੍ਹਾ ਨੂੰ ਇੱਕ ਸੁਰੰਗ ਦੀ ਸ਼ਕਲ ਦੀ ਗੁਫਾ ਬਣਾਉਣੀ ਸ਼ੁਰੂ ਕਰ ਦਿੱਤੀ। ਜਿੰਨਾ ਕੁ ਕੰਮ ਹੋਇਆ ਕੀਤਾ। ਰਾਤ ਫਿਰ ਬਾਲੇ ਭਾਈ ਗੁਰਬਖਸ਼ ਸਿੰਘ ਦੇ ਘਰ ਬਾਬਾ ਜੀ ਆ ਟਿਕੇ। ਅਗਲੇ ਦਿਨ ਫਿਰ ਇਹ ਗੁਰਸਿੱਖੀ ਪ੍ਰਚਾਰ ਦੇ ਕੇਂਦਰ ਦੀ ਤਿਆਰੀ ਵਾਸਤੇ ਕੱਚੀ ਗੁਫਾ ਖੋਦਣ ਚੱਲ ਪਏ। ਗੁਫਾ ਖੋਦਦਿਆਂ ਤੇ ਪਿੰਡ ਗੋਂਦਪੁਰ ਦਾ ਇੱਕ ਸਿਆਣਾ ਬਜ਼ੁਰਗ ਕੋਲ ਦੀ ਲੰਘਦਾ ਹੋਇਆ ਬਾਬਾ ਜੀ ਪਾਸ ਆ ਗਿਆ। ਕਹਿਣ ਲੱਗਾ ਕਿ ਮੈਂ ਕੱਲ ਵੀ ਇੱਥੋਂ ਦੀ ਲੰਘਿਆ ਸਾਂ, ਇਹ ਮੁੰਡੇ ਪਸੀਨੋ ਪਸੀਨੀ ਹੋਏ ਆ ਕੁੰਦਰ ਜੀ ਕੱਢੀ ਜਾਂਦੇ ਹਨ। ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਇਹ ਕਿਸ ਵਾਸਤੇ ਕਰਦੇ ਹੋ, ਤਾਂ ਇਹਨਾਂ ਨੇ ਦੱਸਿਆ ਕਿ ਸਾਡੇ ਸੰਤਾਂ ਨੇ ਇੱਥੇ ਠਹਿਰ ਕੇ, ਇੱਥੇ ਨਿਵਾਸ ਕਰਕੇ ਭਜਨ ਕਰਨਾ ਹੈ। ਮੈਂ ਇਹਨਾਂ ਨੂੰ ਸਲਾਹ ਦਿੱਤੀ ਸੀ ਕਿ ਤੁਹਾਡੇ ਜਿਸ ਸੰਤ ਨੇ ਇੱਥੇ ਰਹਿਣਾ ਹੈ, ਉਸ ਨੂੰ ਪਹਿਲੇ ਇੱਕ ਰਾਤ ਇੱਥੇ ਟਿਕਾ ਕੇ ਵੇਖ ਲਓ। ਜੇ ਠਹਿਰ ਗਏ ਫੇਰ ਕੱਢ ਲਿਓ, ਐਵੇਂ ਜ਼ੋਰ ਲਾਈ ਜਾਂਦੇ ਹੋ, ਕਿਤੇ ਗੁਫਾ ਹੀ ਕੱਢੀ ਕਢਾਈ ਨਾ ਰਹਿ ਜਾਏ। ਉਸ ਸਮੇਂ ਬਾਬਾ ਜੀ ਸਿੱਧੀ ਦਸਤਾਰ ਸਜਾਉਂਦੇ ਸਨ ਤੇ ਕਮੀਜ਼ ਪਜਾਮਾ, ਜੋ ਆਮ ਲੋਕਾਂ ਦੀ ਪੁਸ਼ਾਕ ਹੈ, ਪਾਉਂਦੇ ਸਨ। ਕੋਈ ਸਾਧੂ ਸੰਤ ਵਾਲਾ ਭੇਖ ਨਹੀਂ ਸੀ, ਜਿਸ ਕਾਰਨ ਉਸ ਬਜ਼ੁਰਗ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਜਿਨ੍ਹਾਂ ਨਾਲ ਉਹ ਇਹ ਗੱਲ ਕਰ ਰਿਹਾ ਹੈ, ਉਹਨਾਂ ਨੇ ਹੀ ਇੱਥੇ ਟਿਕਣਾ ਹੈ। ਬਾਬਾ ਜੀ ਨੇ ਉਸ ਪ੍ਰੇਮੀ ਨੂੰ ਉੱਤਰ ਦਿੱਤਾ ਕਿ ਚਲੋ ਕੋਈ ਨਹੀਂ, ਦੇਖੋ ਜਿਹੜਾ ਆਵੇਗਾ ਉਹ ਰਹੂ ਵੀ, ਤੁਸੀਂ ਐਵੇਂ ਚਿੰਤਾ ਨਾ ਕਰੋ, ਇਹ ਗੁਫਾ ਕੱਢੀ ਘਟਾਈ ਨਹੀਂ ਰਹਿੰਦੀ। ਅੱਗੋਂ ਉਸਨੇ ਫਿਰ ਜਵਾਬ ਦਿੱਤਾ ਕਿ ਮੇਰੀ ਵੀ ਦਾੜੀ ਇਸ ਸਥਾਨ ਨੂੰ ਤੱਕਦਿਆਂ ਹੀ ਚਿੱਟੀ ਹੋ ਗਈ ਹੈ। ਇਸ ਜਗ੍ਹਾ ਕਈ ਆਏ ਪਰ ਟਿਕ ਕੋਈ ਨਹੀਂ ਸਕਿਆ, ਕਿਉਂਕਿ ਇਹ ਜਗ੍ਹਾ ਸਖਤ ਬਹੁਤ ਹੈ। ਇੱਥੇ ਭੂਤਾਂ, ਪ੍ਰੇਤਾਂ ਅਤੇ ਅਵਗਤ ਰੂਹਾਂ ਦਾ ਵਾਸਾ ਹੈ। ਉਹ ਆਪਣੇ ਜ਼ੋਰ ਨਾਲ ਇੱਥੇ ਕਿਸੇ ਨੂੰ ਟਿਕਣ ਨਹੀਂ ਦਿੰਦੀਆਂ।
ਇੰਨੀ ਗੱਲ ਕਹਿ ਕੇ ਉਹ ਪ੍ਰੇਮੀ, ਜਿਸ ਦਾ ਨਾਮ ਨਾਰਾਇਣ ਸਿੰਘ ਸੀ ਅਤੇ ਗੋਂਦਪੁਰ ਦਾ ਵਾਸੀ ਸੀ, ਆਪਣੇ ਨਗਰ ਨੂੰ ਚਲਾ ਗਿਆ। 2 ਦਿਨਾਂ ਵਿੱਚ ਗੁਫਾ ਤਿਆਰ ਹੋ ਗਈ। ਨੇੜੇ ਤੋਂ ਹੀ ਕਾਨੇ ਵੱਢ ਕੇ ਤੇ ਗੁੰਦ ਕੇ ਉਸ ਤਿਆਰ ਹੋਈ ਗੁਫਾ ਦਾ ਦਰਵਾਜ਼ਾ ਬਣਾ ਦਿੱਤਾ ਗਿਆ। ਬਿਨਾਂ ਮਾਇਆ ਦੇ ਖਰਚੇ, ਬਿਨਾਂ ਸੀਮਟ, ਇੱਟਾਂ, ਲੱਕੜ ਦੇ ਲਿਆਂਦਿਆਂ ਰਿਹਾਇਸ਼ ਲਈ ਜਗ੍ਹਾ ਬਣ ਗਈ। ਇੱਕ ਮੰਜਾ, ਜੋ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹੈ, ਉਸ ਨਵੇਂ ਬਣੇ ਮਕਾਨ ਭਾਵ ਗੁਫਾ ਵਿੱਚ ਸਥਾਪਿਤ ਕਰ ਲਿਆ। ਉੱਪਰ ਇੱਕ ਦਰੀ ਵਿਛਾ ਕੇ ਭਜਨ ਲਈ ਆਸਣ ਤਿਆਰ ਕਰ ਲਿਆ। ਸਾਰੀ ਤਿਆਰੀ ਕਰਕੇ ਬਾਬਾ ਜੀ ਪ੍ਰੋਫੈਸਰ ਗੁਰਬਖਸ਼ ਸਿੰਘ ਜੀ ਦੇ ਘਰ ਆ ਟਿਕੇ। ਅਗਲੇ ਦਿਨ ਇਸ ਉਜਾੜ ਥੇਂ ਦੀ ਉਚਾਈ ਵਿੱਚ ਸਿਮਰਨ ਕਰਨ ਲਈ ਬਣੀ ਕੱਚੀ ਕੁੰਦਰਾ ਵਿੱਚ ਅਰਦਾਸ ਕਰਕੇ ਸਿਮਰਨ ਦਾ ਨਿਯਮ ਆਰੰਭ ਕਰ ਦਿੱਤਾ। ਆਪ ਜੀ ਹਰ ਰੋਜ਼ ਦੀ ਤਰ੍ਹਾਂ 2 ਵਜੇ ਸਾਵਧਾਨ ਹੋ ਜਾਂਦੇ, ਸ਼ੌਚ ਇਸ਼ਨਾਨ ਕਰਨ ਉਪਰੰਤ ਨਿਤਨੇਮ ਕਰਦੇ, ਸੁਖਮਨੀ ਸਾਹਿਬ ਦਾ ਪੂਰਾ ਪਾਠ ਕਰਕੇ ਆਰੰਭ ਕੀਤੇ ਨਿਯਮ ਨੂੰ ਪੂਰਾ ਕਰਨ ਲਈ ਜੁਟ ਜਾਂਦੇ। ਇਸ ਨਿਯਮ ਵਿੱਚ ਹਰ ਰੋਜ਼ ਬਾਬਾ ਜੀ 32 ਮਾਲਾ ਮੂਲ ਮੰਤਰ ਦੀਆਂ ਕਰਿਆ ਕਰਦੇ ਸਨ। ਦੁਪਹਿਰ ਨੂੰ ਭਾਈ ਗੁਰਬਖਸ਼ ਸਿੰਘ ਜੀ ਆਪਣੇ ਘਰੋਂ ਪਿੰਡ ਬਾਲਿਆਂ ਤੋਂ ਭਾਵਨੀ ਨਾਲ ਆਪ ਜੀ ਦੇ ਆਹਾਰ ਲਈ ਲੰਗਰ ਲੈ ਆਉਂਦੇ। ਅਲਪ ਆਹਾਰ ਕਰਕੇ ਆਪ ਜੀ ਥੋੜਾ ਸਰੀਰਕ ਆਰਾਮ ਕਰਦੇ, ਮੁੜ ਸਾਵਧਾਨ ਹੋ ਆਰੰਭੇ ਨਿਯਮ ਨੂੰ ਪੂਰਾ ਕਰਨ ਲਈ ਤਤਪਰ ਹੋ ਜਾਂਦੇ। ਸ਼ਾਮ ਨੂੰ ਸੋਦਰ ਦੀ ਹਾਜ਼ਰੀ ਲਵਾ ਕੇ ਸੋਹਿਲਾ ਪੜ੍ਹ ਕੇ ਦੇਰ ਰਾਤ ਤੱਕ ਗੁਰਮੰਤਰ ਰਾਹੀਂ ਪ੍ਰਭੂ ਚਰਨਾਂ ਨਾਲ ਸੁਰਤੀ ਜੋੜ ਕੇ ਰਸ ਮਾਣਦੇ। ਨੀਂਦ ਦੇ ਜ਼ਿਆਦਾ ਜ਼ੋਰ ਪਾਉਣ ਤੇ ਆਪ ਜੀ ਸਰੀਰ ਨੂੰ ਆਰਾਮ ਕਰਨ ਦਿੰਦੇ, ਪਰ ਆਤਮਾ ਗੁਰੂ ਚਰਨਾਂ ਨਾਲ ਜੁੜੀ ਰਹਿੰਦੀ। ਬਾਬਾ ਜੀ ਨੂੰ ਲੰਗਰ ਛਕਾਉਣ ਉਪਰੰਤ ਭਾਈ ਗੁਰਬਖਸ਼ ਸਿੰਘ ਜੀ ਵੀ ਪ੍ਰਭੂ ਯਾਦ ਵਿੱਚ ਕਾਫੀ ਸਮਾਂ ਹਰ ਰੋਜ਼ ਗੁਰੂ ਲੇਖੇ ਲਾਉਂਦੇ। ਆਪ ਜੀ ਨੇ ਮਹਾਂਪੁਰਖਾਂ ਦੀ ਸੇਵਾ ਕਰਕੇ ਤੇ ਸਿਮਰਨ ਵਿੱਚ ਜੁੜ ਕੇ ਕਾਫੀ ਲਾਹਾ ਪ੍ਰਾਪਤ ਕੀਤਾ। ਪਹਿਲੀ ਰਾਤ ਹੀ ਮੁਸਲਮਾਨ ਫਕੀਰ ਅਤੇ ਇੱਕ ਹੋਰ ਜਟਾਧਾਰੀ ਨੇ ਰਾਮਪੁਰ ਖੇੜੇ ਦੇ ਥੇ ਉੱਪਰ ਆਪਣਾ ਕਬਜ਼ਾ ਜਤਾਉਣਾ। ਅਗਲੇ ਦਿਨ ਸਵੇਰੇ ਬਾਬਾ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ 40 ਦਿਨ ਲਈ ਮੂਲ ਮੰਤਰ ਦਾ ਜਾਪ ਆਰੰਭ ਕਰ ਦਿੱਤਾ। ਸ਼ਾਮ ਤੱਕ 32 ਮਾਲਾ ਕਰਨ ਉਪਰੰਤ ਸੋਦਰ ਰਹਿਰਾਸ ਦੀ ਹਾਜ਼ਰੀ ਲਵਾਈ। ਸੋਹਲੇ ਦਾ ਪਾਠ ਕਰਕੇ ਬਾਬਾ ਜੀ ਗੁਰਮੰਤਰ ਦੇ ਸਿਮਰਨ ਵਿੱਚ ਜੁੜ ਗਏ। ਬਾਬਾ ਜੀ ਦੱਸਦੇ ਸਨ ਕਿ ਤਕਰੀਬਨ 10 ਵਜੇ ਰਾਤ ਦਾ ਸਮਾਂ ਅੰਦਾਜ਼ਨ ਹੋਵੇਗਾ। ਗਰਮੀ ਹੋਣ ਕਾਰਨ ਅਸੀਂ ਆਪਣਾ ਮੰਜਾ ਬਾਹਰ ਕੱਢ ਕੇ ਉਸ ਉੱਤੇ ਬੈਠ ਸਿਮਰਨ ਕਰ ਰਹੇ ਸਾਂ ਕਿ ਇੱਕ ਮੁਸਲਮਾਨ ਫਕੀਰ ਆਇਆ। ਉਸਨੇ ਬੜੇ ਗੁੱਸੇ ਵਿੱਚ ਕਿਹਾ ਕਿ ਇਹ ਧਰਤੀ ਸਾਡੀ ਹੈ, ਅਸੀਂ ਇੱਥੇ ਕਿਸੇ ਹੋਰ ਨੂੰ ਨਹੀਂ ਰਹਿਣ ਦਿੰਦੇ। ਬਾਬਾ ਜੀ ਨੇ ਉਸ ਫਕੀਰ ਨੂੰ ਉੱਤਰ ਦਿੱਤਾ ਕਿ ਭਾਈ, ਮੈਂ ਤਾਂ ਆਪਣੀ ਜ਼ਮੀਨ ਛੱਡ ਕੇ ਆਇਆ ਹਾਂ, ਮੈਂ ਤੁਹਾਡੀ ਇਸ ਧਰਤੀ ਤੇ ਕਬਜ਼ਾ ਨਹੀਂ ਕਰਨਾ। ਤੁਸੀਂ ਆਪਣੀ ਮੌਜ ਕਰੋ, ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ। ਫਕੀਰ ਬੋਲਿਆ ਕਿ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਜਾਂ ਆਪਣੇ ਗੁਰੂ ਦਾ ਮੰਤਰ ਜਪਦੇ ਹੋ ਤਾਂ ਸਾਨੂੰ ਬਹੁਤ ਤੰਗੀ ਹੁੰਦੀ ਹੈ। ਜੇ ਤੁਸੀਂ ਇੱਥੇ ਰਹੋਗੇ ਤਾਂ ਸਾਡਾ ਠਹਿਰਨਾ ਮੁਸ਼ਕਲ ਹੈ। ਬਾਬਾ ਜੀ ਨੇ ਕਿਹਾ ਕਿ ਭਾਈ, ਅਸੀਂ ਤਾਂ 40 ਦਿਨ ਜਾਪ ਕਰਨ ਦੀ ਅਰਦਾਸ ਕਰ ਲਈ ਹੈ, ਸੋ ਮੈਂ ਤਾਂ ਆਪਣਾ ਨਜ਼ਮ ਜ਼ਰੂਰ ਪੂਰਾ ਕਰਾਂਗਾ। ਫਕੀਰ ਨੇ ਇਹ ਵਾਕ ਸੁਣ ਕੇ ਕਿਹਾ ਕਿ ਤੁਹਾਡੇ ਗੁਰੂ ਦੇ ਕਲਾਮ ਵਿੱਚ ਬਹੁਤ ਵੱਡੀ ਤਾਕਤ ਹੈ, ਜਿਸ ਕਰਕੇ ਸਾਡੀ ਸ਼ਕਤੀ ਤੁਹਾਡੇ ਉੱਤੇ ਅਸਰ ਨਹੀਂ ਕਰਦੀ। ਅਸੀਂ ਬਥੇਰਾ ਯਤਨ ਕੀਤਾ ਹੈ, ਪਰ ਹੁਣ ਸਾਡੀ ਬੇਵਾਹ ਹੈ, ਸੋ ਅਸੀਂ ਹੁਣ ਇਸ ਜਗ੍ਹਾ ਨੂੰ ਸਦਾ ਲਈ ਛੱਡ ਚੱਲੇ ਹਾਂ। ਪਹਿਲਾਂ ਅਸੀਂ ਕਿਸੇ ਨੂੰ ਇੱਥੇ ਟਿਕਣ ਨਹੀਂ ਦਿੱਤਾ। ਬਾਬਾ ਜੀ ਨੇ ਕੇਵਲ ਇੰਨਾ ਹੀ ਕਿਹਾ ਕਿ ਚੰਗਾ, ਜਾਓ ਜੀ। ਇੰਨੀ ਗੱਲਬਾਤ ਉਪਰੰਤ ਉਹ ਫਕੀਰ ਚਲਾ ਗਿਆ। ਥੋੜਾ ਹੀ ਸਮਾਂ ਫਿਰ ਸਿਮਰਨ ਕਰਦਿਆਂ ਬਤੀਤ ਹੋਇਆ ਕਿ ਇੱਕ ਜਟਾਵਾਂ ਵਾਲਾ ਸਾਧੂ ਆ ਗਿਆ। ਉਸਨੇ ਵੀ ਮੁਸਲਮਾਨ ਫਕੀਰ ਵਾਲਾ ਸਵਾਲ ਦੁਹਰਾਇਆ ਕਿ ਇਹ ਜਗ੍ਹਾ ਸਾਡੀ ਹੈ। ਜਦ ਤੋਂ ਤੁਸੀਂ ਇੱਥੇ ਆ ਕੇ ਸਿਮਰਨ ਸ਼ੁਰੂ ਕੀਤਾ, ਉਦੋਂ ਅਸੀਂ ਕਿਤੇ ਬਾਹਰ ਗਏ ਹੋਏ ਸੀ। ਹੁਣ ਤੁਹਾਡੇ ਤੇ ਸਾਡਾ ਜ਼ੋਰ ਨਹੀਂ ਪੈ ਰਿਹਾ, ਇਸ ਕਰਕੇ ਅਸੀਂ ਹੁਣ ਇਸ ਥਾਂ ਤੋਂ ਚੱਲੇ ਹਾਂ। ਬਾਬਾ ਜੀ ਨੇ ਇਸ ਨੂੰ ਵੀ ਮੁਸਲਮਾਨ ਫਕੀਰ ਵਾਲੀ ਗੱਲ ਹੀ ਸਹਿਜ ਵਿੱਚ ਕਹਿ ਦਿੱਤੀ ਕਿ ਚੰਗਾ, ਜਾਓ ਜੀ। ਸਾਧੂ ਚਲਾ ਗਿਆ। ਇਸ ਸਾਧੂ ਦੇ ਜਾਣ ਤੋਂ ਅੱਧਾ ਘੰਟਾ ਪਿੱਛੋਂ ਬਾਬਾ ਜੀ ਦੱਸਦੇ ਹੁੰਦੇ ਸਨ ਕਿ ਸਾਨੂੰ ਕਾਫੀ ਸਾਰੇ ਬੰਦਿਆਂ ਦੀ ਪੈਛੜ ਭਾਵ ਪੈਰਾਂ ਦਾ ਖੜਾਕ ਮਹਿਸੂਸ ਹੋਇਆ। ਜਦੋਂ ਇਹ ਪੈਛੜ ਦੀ ਆਵਾਜ਼ ਕੰਨੀ ਪਈ ਤਾਂ ਅੱਖਾਂ ਖੋਲ੍ਹ ਕੇ ਵੇਖਿਆ ਕਿ ਸਾਡੇ ਮੰਜੇ ਦੇ 4 ਚੁਫੇਰੇ ਘੇਰਾ ਪਿਆ ਹੋਇਆ ਹੈ, ਜਿਸ ਵਿੱਚ ਕਰੂਪ ਜਿਹੇ ਬਜ਼ੁਰਗ, ਜਵਾਨ, ਅੱਧਖੜ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਛਿੰਝ ਦੇ ਪੇੜ ਵਾਂਗ ਸਾਨੂੰ ਘੇਰਾ ਪਾਈ ਖੜੇ ਹਨ। ਉਹਨਾਂ ਵੱਲ ਵੇਖ ਕੇ ਬਾਬਾ ਜੀ ਨੇ ਆਪਣੇ ਹੱਥ ਤੇ ਹੱਥ ਮਾਰਿਆ, ਜਿਵੇਂ ਤਾੜੀ ਮਾਰੀ ਦੀ ਹੈ। ਹੱਥ ਦਾ ਖੜਾਕ ਸੁਣਦੇ ਸਾਰ ਸਾਰੇ ਹੀ ਜਿੱਥੇ-ਜਿੱਥੇ ਖੜੇ ਸਨ ਉੱਥੇ ਹੀ ਪਿਛਾਂਹ ਨੂੰ ਡਿੱਗ ਪਏ। ਇੰਜ ਮਹਿਸੂਸ ਹੋਇਆ ਕਿ ਜਿਵੇਂ ਉਹ ਇਸ ਤਾੜੀ ਦੇ ਖੜਾਕ ਨਾਲ ਨੀਮ ਬੇਹੋਸ਼ ਹੋ ਗਏ ਹੋਣ। 1.5-2 ਮਿੰਟ ਪੈ ਰਹਿਣ ਉਪਰੰਤ ਮੰਜੇ ਦੀ ਪੌਂਦ ਵੱਲੋਂ ਇੱਕ ਸਿਆਣਾ ਬਜ਼ੁਰਗ ਬਹੁਤ ਕਮਜ਼ੋਰ ਜਿਹੀ ਹਾਲਤ ਵਿੱਚ ਉੱਠਿਆ
ਤੇ ਕਹਿਣ ਲੱਗਾ ਕਿ ਅਸੀਂ ਸਾਰੇ ਅਵਗਤ ਹਾਂ, ਭਾਵ ਕਿ ਸਾਡੀ ਗਤੀ ਨਹੀਂ ਹੋਈ, ਅਸੀਂ ਦੇਹ ਰਹਿਤ ਭਟਕਦੀਆਂ ਰੂਹਾਂ ਹਾਂ। ਅਸੀਂ ਲੋਕਾਂ ਨੂੰ ਜੰਤਰ ਮੰਤਰ ਦੱਸਿਆ ਕਰਦੇ ਸਾਂ, ਟੂਣੇ ਤਵੀਤ ਆਦਿ ਵੀ ਬਣਾ ਕੇ ਦਿੰਦੇ ਸਾਂ, ਅਤੇ ਇਹ ਚਾਰ ਚੁਫੇਰੇ ਜਿਤਨੇ ਵੀ ਹਨ ਇਹ ਸਾਰੇ ਹੀ ਮੇਰੇ ਚੇਲੇ ਹਨ ਅਤੇ ਸਾਰੇ ਹੀ ਅਵਗਤ ਹਨ। ਅਸੀਂ ਅੱਜ ਤੱਕ ਇੱਥੇ ਕਿਸੇ ਨੂੰ ਵੀ ਟਿਕਣ ਨਹੀਂ ਦਿੱਤਾ, ਪਰ ਤੁਹਾਡੇ ਉੱਪਰ ਸਾਡਾ ਜ਼ੋਰ ਨਹੀਂ ਚੱਲਿਆ। ਹੁਣ ਅਸੀਂ ਇਹ ਜਗ੍ਹਾ ਛੱਡ ਕੇ ਜਾ ਰਹੇ ਹਾਂ। ਇੰਨੀ ਗੱਲ ਆਖ ਕੇ ਉਹ ਟੁਰ ਪਿਆ। ਜਿਵੇਂ ਜਿਵੇਂ ਬਾਕੀਆਂ ਨੂੰ ਹੋਸ਼ ਆਈ ਉਸ ਦੇ ਮਗਰ ਟੁਰਦੇ ਗਏ। ਉਸ ਬਜ਼ੁਰਗ ਨਾਰਾਇਣ ਸਿੰਘ ਦੇ ਵਾਕ ਜੋ ਕੱਚੀ ਗੁਫਾ ਕੱਢਣ ਵੇਲੇ ਉਸਨੇ ਕਹੇ ਸਨ ਕਿ ਇੱਥੇ ਅਵਗਤ ਰੂਹਾਂ ਦਾ ਵਾਸਾ ਹੈ ਅਤੇ ਉਹ ਇੱਥੇ ਕਿਸੇ ਨੂੰ ਠਹਿਰਨ ਨਹੀਂ ਦਿੰਦੀਆਂ, ਚੇਤੇ ਆਏ। ਪਰ ਜਿਸ ਦੇ ਸਿਰ ਉੱਪਰ ਠਾਢਾ ਗੁਰਸੂਰਾ ਹੋਵੇ ਉਸ ਨੂੰ ਕਿਸੇ ਦੀ ਮੁਸ਼ੰਦਗੀ ਨਹੀਂ ਰਹਿੰਦੀ। ਤਾਂ ਕੋ ਕਹੋ ਪ੍ਰਵਾਹ ਕਾਹੂ ਕੀ, ਜੇ ਗੋਪਾਲ ਸਹਾਏ ਤਥਾ ਜਾਮ ਗੁਰੂ ਹੈ ਵੱਲ, ਧਨੈ ਕਿਆ ਗਾਰਵ ਦਿਜੈ, ਜਾਮ ਗੁਰੂ ਹੈ ਵੱਲ, ਲੱਖ ਬਾਹੀਂ ਕਿਆ ਕਿਜੈ। ਜਿਨ੍ਹਾਂ ਦੇ ਸਿਰ ਤੇ ਗੁਰੂ ਦਾ ਹੱਥ ਹੈ ਅਤੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੈ, ਆਵਗਤ ਰੂਹਾਂ ਤਾਂ ਇੱਕ ਪਾਸੇ ਰਹੀਆਂ, ਉਹਨਾਂ ਨੂੰ ਤਾਂ ਧਰਮ ਰਾਜਾ ਵੀ ਐਸੇ ਸਤਿਕਾਰ ਦੇ ਵਾਕ ਬੋਲਦਾ ਹੈ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਧਰਮਰਾਜ ਨੇ ਤਾਂ ਆਪਣੇ ਦੂਤਾਂ ਨੂੰ ਹਦਾਇਤ ਦੇ ਰੱਖੀ ਹੈ ਕਿ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹਉ ਅਣਾ ਤੂੰ ਅਣੈ ਛੁਟਹਿ, ਨਿਕਟ ਨਾ ਜਾਈਹੁ ਦੂਤ। ਕਿ ਹੇ ਮੇਰੇ ਦੂਤੋ, ਜਿੱਥੇ ਸਾਧੂ ਜਨ ਤਥਾ ਹਰੀ ਪਰਮੇਸ਼ਰ ਦਾ ਭਜਨ ਕੀਰਤਨ ਹੋਵੇ ਉੱਥੇ ਨੇੜੇ ਨਾ ਜਾਣਾ। ਜੇ ਕਿਤੇ ਚਲੇ ਗਏ ਫਿਰ ਨਾ ਮੈਂ ਤੇ ਨਾ ਤੁਸੀਂ ਛੁੱਟ ਸਕੋਗੇ। ਸਗੋਂ ਧਰਮ ਰਾਜਾ ਦੇ ਚਿਤਰਗੁਪਤ ਵੀ ਸਾਧੂ ਜਨਾਂ ਵੱਲ ਨਿਗਾਹ ਭਰ ਕੇ ਵੀ ਨਹੀਂ ਤੱਕਦੇ। ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦਾ ਹੁਕਮ ਹੈ, ਚਿਤਰਗੁਪਤ ਸਭ ਲਿਖਤੇ ਲੇਖਾ, ਭਗਤ ਜਨਾਂ ਕਉ ਦ੍ਰਿਸ਼ਟ ਨਾ ਪੇਖਾ। ਭਗਤ ਜਨਾਂ ਦੀ ਤਾਂ ਜਮਦੂਤ ਵੀ ਸੇਵਾ ਕਰਦੇ ਹਾਂ। ਜਿਨ ਜਮ ਕੀਤਾ ਸੋ ਸੇਵੀਐ, ਗੁਰਮੁਖ ਦੁੱਖ ਨਾ ਹੋਏ, ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ। ਅਤੇ ਅਧਿਆਤਮੀ ਹਰ ਗੁਣ ਤਾਸ, ਮਨ ਜਪਹਿ ਏਕ ਮੁਰਾਰ, ਤਿਨ ਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨਹਾਰ। ਉਹ ਅਵਗਤ ਰੂਹਾਂ ਜੋ ਇਸ ਡਰਾਉਣੇ ਥੇ ਉੱਪਰ ਸਦੀਆਂ ਤੋਂ ਡੇਰਾ ਲਾਈ ਬੈਠੀਆਂ ਸਨ ਅਤੇ ਲੋਕਾਈ ਨੂੰ ਤੰਗ ਕਰਦੀਆਂ ਸਨ, ਸਦਾ ਲਈ ਇਸ ਸਥਾਨ ਤੋਂ ਚਲੀਆਂ ਗਈਆਂ। ਦੂਸਰੀ ਰਾਤ ਦਾ ਬਿਰਤਾਂਤ। ਅਗਲੇ ਦਿਨ ਨਿਤ ਦੀ ਕਿਰਿਆ ਅਨੁਸਾਰ ਬਾਬਾ ਜੀ ਤੜਕੇ ਉੱਠੇ। ਨਜ਼ਦੀਕ ਜੋ ਪੁਰਾਣੀ ਖੂਹੀ ਸੀ ਉਸ ਵਿੱਚੋਂ ਜਲ ਕੱਢ ਕੇ ਇਸ਼ਨਾਨ ਕੀਤਾ। ਨਿਤਨੇਮ ਕਰਨ ਉਪਰੰਤ ਜੋ ਨਿਯਮ ਆਰੰਭਿਆ ਸੀ ਸ਼ਾਮ ਤੱਕ ਉਸ ਨੂੰ ਪੂਰਾ ਕੀਤਾ। ਸੋਦਰ ਦਾ ਨਿਤਨੇਮ ਕਰਨ ਉਪਰੰਤ ਸੋਹਿਲਾ ਪੜ ਕੇ ਬਾਬਾ ਜੀ ਨਾਮ ਸਿਮਰਨ ਵਿੱਚ ਜੁਟ ਗਏ। ਸਿਮਰਨ ਕਰਦਿਆਂ ਆਵਾਜ਼ ਆਈ, ਹਰਨਾਮ ਸਿੰਘ, ਤੇਰੇ ਪਾਸ ਮਾਇਆ ਆ ਰਹੀ ਹੈ, ਬਚ ਕੇ ਰਹੀਂ। ਬਾਬਾ ਜੀ ਦੱਸਦੇ ਹੁੰਦੇ ਸਨ ਕਿ ਮਨ ਵਿੱਚ ਹੀ ਫੁਰਨਾ ਆਇਆ ਕਿ ਜੇ ਮਾਇਆ ਆ ਰਹੀ ਹੈ ਤਾਂ ਸਾਨੂੰ ਕੀ, ਮੌਜ ਲਵੇ, ਸਾਡਾ ਮਾਇਆ ਨਾਲ ਕੀ ਵਾਸਤਾ। ਥੋੜੇ ਹੀ ਸਮੇਂ ਬਾਅਦ ਇੱਕ ਬਜ਼ੁਰਗ ਮਾਈ ਪਾਟੇ ਹੋਏ ਕੱਪੜੇ ਪਹਿਨੀ ਸਾਡੇ ਮੰਜੇ ਦੀ ਪੌਂਦੀ ਆ ਕੇ ਬੈਠ ਗਈ। ਬਾਬਾ ਜੀ ਅੱਖਾਂ ਬੰਦ ਕਰਕੇ ਸਿਮਰਨ ਕਰਨ ਲੱਗ ਪਏ। ਫਿਰ ਆਵਾਜ਼ ਆਈ ਕਿ ਇਹ ਹੀ ਮਾਇਆ ਹੈ। ਥੋੜਾ ਸਮਾਂ ਉਹ ਬੈਠੀ ਰਹੀ, ਫਿਰ ਉੱਠ ਕੇ ਚਲੇ ਗਈ। ਉਸ ਦੇ ਜਾਣ ਤੋਂ ਕੁਝ ਸਮੇਂ ਹੀ ਬਾਅਦ ਚੜ੍ਹਦੇ ਪਾਸੇ ਵੱਲੋਂ ਇੱਕ ਬਹੁਤ ਹੀ ਸੁੰਦਰ ਸਰੂਪ ਵਾਲੀ ਜਵਾਨ ਇਸਤਰੀ ਬੜੇ ਹਾਰ ਸ਼ਿੰਗਾਰ ਸਹਿਤ ਬਾਬਾ ਜੀ ਵੱਲ ਆ ਰਹੀ ਪ੍ਰਤੀਤ ਬਾਬਾ ਜੀ ਨੂੰ ਹੋਈ। ਉਸ ਦੇ ਚਿਹਰੇ ਵਿੱਚੋਂ ਪ੍ਰਕਾਸ਼ ਜਿਹਾ ਨਿਕਲਦਾ ਪ੍ਰਤੀਤ ਹੋਵੇ। ਬੜੇ ਮੋਹਣ ਵਾਲੇ ਹਾਵ ਭਾਵ ਕਰਦੀ ਉਹ ਅਗਾਂਹ ਵੱਧਦੀ ਆ ਰਹੀ ਸੀ। ਮਨ ਵਿੱਚ ਵਿਚਾਰ ਆਈ ਕਿ ਹੁਣ ਮਾਇਆ ਆਪਣੇ ਅਸਲੀ ਰੂਪ ਵਿੱਚ ਆਈ ਹੈ। ਜੇਕਰ ਇਹ ਨੇੜੇ ਆ ਗਈ ਤਾਂ ਪਤਾ ਨਹੀਂ ਕੀ ਕਰ ਦੇਵੇਗੀ। ਅਸੀਂ ਆਪਣੇ ਬਲ ਨਾਲ ਉਸ ਨੂੰ ਰੋਕਣਾ ਚਾਹਿਆ, ਪਰ ਉਹ ਰੁਕੀ ਨਹੀਂ, ਬਾਬਾ ਜੀ ਦੱਸਿਆ ਕਰਦੇ ਸਨ। ਦੁਬਾਰਾ ਫਿਰ ਯਤਨ ਕੀਤਾ, ਪਰ ਇਹ ਯਤਨ ਵੀ ਅਸਫਲ ਰਿਹਾ। ਬਸ ਫਿਰ ਕੀ ਸੀ, ਆਪਣੇ ਬਲ ਦਾ ਦਾਅਵਾ ਛੱਡ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਢਹਿ ਕੇ ਅਰਦਾਸ ਕੀਤੀ ਕਿ ਹੇ ਗਰੀਬ ਨਵਾਜ਼ ਜੀ, ਮੈਂ ਇਸ ਨੂੰ ਰੋਕਣ ਤੋਂ ਅਸਮਰੱਥ ਹਾਂ। ਆਪ ਹੀ ਕਿਰਪਾ ਕਰੋ। ਜੋ ਇਹ ਮਾਇਆ ਆਪਣੇ ਪੂਰੀ ਜੋਬਨ ਵਿੱਚ ਆਈ ਹੈ, ਇਸ ਪਾਸੋਂ ਰੱਖਿਆ ਕਰੋ। ਆਪ ਜੀ ਦਾ ਬਿਰਧ ਹੈ, ਆਪ ਜੀ ਆਪਣੇ ਬਿਰਧ ਬਾਣੇ ਦੀ ਲਾਜ ਰੱਖੋ। ਆਪਣੇ ਜਨ ਦੀ ਅਰਦਾਸ ਸਤਿਗੁਰੂ ਜੀ ਨੇ ਸਰਵਣ ਕੀਤੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ,
ਨੇ ਆਸਰਿਆਂ ਦੇ ਆਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰਤੱਖ ਦਰਸ਼ਨ ਬਖਸ਼ਿਸ਼ ਕੀਤੇ ਅਤੇ ਸੀਸ ਉੱਤੇ ਹੱਥ ਰੱਖਿਆ। ਸਤਿਗੁਰੂ ਜੀ ਦੇ ਮਿਹਰ ਕਰਨ ਦੀ ਦੇਰ ਸੀ ਕਿ ਉਹ ਮਾਇਆ ਜੋ ਪੂਰੇ ਜੋਬਨ ਵਿੱਚ ਹੜ੍ਹ ਦੀ ਕਾਂਗ ਵਾਂਗ ਬਾਬਾ ਜੀ ਵੱਲ ਆ ਰਹੀ ਸੀ, ਪਤਾ ਨਹੀਂ ਕਿੱਧਰ ਗਈ। ਇੰਜ ਜਾਪਿਆ ਜਿਵੇਂ ਉਹ ਧਰਤੀ ਵਿੱਚ ਹੀ ਅਲੋਪ ਹੋ ਗਈ ਹੋਵੇ। ਗੁਰਬਾਣੀ ਅਨੁਸਾਰ ਮਾਇਆ ਹੈ ਕੀ? ਮਾਇਆ ਉਹ ਅਵਿਦਿਆ ਹੈ ਜਿਸ ਕਰਕੇ ਦੁਨਿਆਵੀ ਪਦਾਰਥ ਤੇ ਸਰੀਰਕ ਜੀਵਨ ਸੱਤ ਪ੍ਰਤੀਤ ਹੁੰਦੇ ਹਨ। ਸੰਸਾਰ ਨਾਲ ਮੋਹ ਪੈਦਾ ਹੋ ਜਾਂਦਾ ਹੈ, ਜਿਸ ਕਰਕੇ ਜੀਵ ਨੂੰ ਆਪਣੀ ਵੱਖਰੀ ਹਸਤੀ ਮਹਿਸੂਸ ਹੁੰਦੀ ਹੈ, ਜਿਸ ਆਸਰੇ ਇਹ ਆਪਣੇ ਸਾਰੇ ਕਾਰਜ ਕਰਨ ਦਾ ਯਤਨ ਕਰਦਾ ਹੈ। ਸਹਿਜੇ ਸਹਿਜੇ ਆਪਣੀ ਇਹ ਹੋਂਦ ਹਉਮੈ ਰੂਪ ਵਿੱਚ ਹੋ ਕੇ ਇੰਨੀ ਪੱਕ ਜਾਂਦੀ ਹੈ ਕਿ ਪ੍ਰਭੂ ਪਰਮੇਸ਼ਰ ਜੋ ਸਭ ਕੁਝ ਕਰਨ ਕਾਰਨ ਸਮਰੱਥ ਹੈ, ਉਹ ਭੁੱਲ ਜਾਂਦਾ ਹੈ। ਕਰਤੇ ਦੀ ਕਿਰਤ ਨਾਲ ਮੋਹ ਪੈ ਜਾਂਦਾ ਹੈ। ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਦੋ ਪੰਕਤੀਆਂ ਵਿੱਚ ਹੀ ਮਾਇਆ ਦੀ ਵਿਆਖਿਆ ਕਰਕੇ ਸਾਨੂੰ ਅਗਵਾਈ ਬਖਸ਼ੀ ਹੈ ਕਿ ਨਿਰਾ ਸੋਨਾ ਚਾਂਦੀ ਜਾਂ ਸਥੂਲ ਮਾਇਆ ਹੀ ਮਾਇਆ ਨਹੀਂ, ਉਹ ਸਭ ਕੁਝ ਹੀ ਮਾਇਆ ਹੈ ਜਿਸ ਦੇ ਕਾਰਨ ਪ੍ਰਭੂ ਪਰਮੇਸ਼ਰ ਮਾਲਕ ਵਿਸਰ ਜਾਵੇ ਅਤੇ ਸੰਸਾਰ ਵਿੱਚ ਮੋਹ ਵਸ ਹੋ ਕੇ ਇਹ ਜੀਵ ਫਸ ਜਾਵੇ। ਰਾਮਕਲੀ ਮਹੱਲਾ ਤੀਜਾ ਆਨੰਦ ਸਾਹਿਬ ਦੇ ਵਿੱਚ ਪੰਨਾ 921 ਤੇ ਸਤਿਗੁਰਾਂ ਦਾ ਬਚਨ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਅਤੇ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ, ਦੁੱਖ ਨੂੰ ਦੂਰ ਕਰਨ ਵਾਸਤੇ ਜਦੋਂ ਮਨੁੱਖ ਆਪਣੇ ਆਸਰੇ ਹੋ ਕੇ ਕਰਮ ਕਰੇ, ਸਮਝ ਲਓ ਮਾਇਆ ਦੇ ਪ੍ਰਭਾਵ ਵਿੱਚ ਵਿਚਰ ਰਿਹਾ ਹੈ। ਤੀਸਰੇ ਗੁਰਦੇਵ ਜੀ ਦਾ ਹੀ ਹੁਕਮ ਹੈ, ਮਾਇਆ ਕਿਸਨੂੰ ਆਖੀਐ, ਕਿਆ ਮਾਇਆ ਕਰਮ ਕਮਾਏ, ਦੁੱਖ ਸੁਖ ਇਹ ਜੀਉ ਬੱਧ ਹੈ, ਹਉਮੈ ਕਰਮ ਕਮਾਏ। ਇਹ ਮਾਇਆ ਪੰਜਾਂ ਚੋਰਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਤ ਆਦਿਕ ਰਾਹੀਂ ਸੂਖਮ ਰੂਪ ਵਿੱਚ ਹਰ ਜੀਵ ਨੂੰ ਵਿਆਪਦੀ ਹੈ, ਪਰ ਕੋਈ ਭਾਗਾਂ ਵਾਲਾ ਹੀ ਗੁਰੂ ਜੀ ਦੇ ਓਟ ਆਸਰੇ ਨਾਲ ਬਚਦਾ ਹੈ। ਸਥੂਲ ਮਾਇਆ ਇਸੇ ਸੂਖਮ ਮਾਇਆ ਦਾ ਬਾਹਰੀ ਪੱਖ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਫਰਮਾਨ ਹੈ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓਰੀ, ਐਸੋ ਸਮਰੱਥ ਵਰਨ ਨਾ ਸਾਕਉ, ਤਾਂ ਕਿ ਉਪਮਾ ਜਾਤ ਨਾ ਕਹਿਓਰੀ। ਇਹ ਮਾਇਆ ਕੇਵਲ ਜੀਵਾਂ ਨੂੰ ਹੀ ਨਹੀਂ ਵਿਆਪਦੀ, ਇਸ ਦੀ ਮਾਰ ਤੋਂ ਤਾਂ ਵੱਡੇ ਵੱਡੇ ਰਿਸ਼ੀ ਮੁਨੀ ਵੀ ਨਹੀਂ ਬਚ ਸਕੇ। ਕਬੀਰ ਜੀ ਨੇ ਫਰਮਾਇਆ ਹੈ, ਸਰਪਨੀ ਤੇ ਉਪਰ ਨਹੀਂ ਬਲੀਆ, ਜੈਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਮੋਨ ਜੋਗੀ ਸ਼ਾਸਤਰਗ ਕਹਾਵਤ, ਸਭ ਕੀਨੇ ਬਸ ਆਪਨਹੀ, ਤੀਨ ਦੇਵ ਅਰ ਕੋੜ ਤੇ ਤੀਸਾ, ਤਿਨ ਕੀ ਹੈਰਤ ਕਛ ਨ ਰਹੀ, ਬਲਵੰਤ ਵਿਆਪ ਰਹੀ ਸਭ ਮਹੀ, ਅਵਰ ਨ ਜਾਣਸ ਕੋ ਮਰਮਾ, ਗੁਰ ਕਿਰਪਾ ਤੇ ਲਹੀ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੀ ਫਰਮਾਨ ਆਸਾ ਰਾਗ ਵਿੱਚ ਹੈ ਕਿ ਐਸੀ ਇਸਤਰੀ ਇਕਰਾਮ ਉਪਾਈ, ਓਨ ਸਭ ਜਗ ਖਾਇਆ, ਹਮ ਗੁਰ ਰਾਖੇ ਮੇਰੇ ਭਾਈ ਰਹਾਉ। ਪਾਈ ਠਗੌਲੀ ਸਭ ਜਗ ਜੋਇਆ, ਬ੍ਰਹਮਾ ਵਿਸ਼ਨ ਮਹਾਦੇਵ ਮੋਹਿਆ। ਧਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਹੁਕਮ ਕਰਦੇ ਹਨ, ਜਿਨ ਕੀਨੇ ਵਸ ਆਪਨੇ ਤ੍ਰੈ ਗੁਣ, ਭਵਨ ਚਤਰ ਸੰਸਾਰਾ, ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆਏ ਜੰਤ ਵਿਚਾਰਾ। ਮਾਇਆ ਅਤੇ ਮਾਇਆ ਦੀ ਅਪਣਤ ਹੀ ਸਾਰੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਖਾਈ ਜਾ ਰਹੀ ਹੈ। ਜਿਨ੍ਹਾਂ ਨੇ ਗੁਰੂ ਜੀ ਦੇ ਦੱਸੇ ਹੁਕਮ ਅਨੁਸਾਰ ਚੱਲਣਾ ਕੀਤਾ ਹੈ, ਉਹ ਬਚ ਗਏ। ਜੋ ਆਪਣੇ ਮਨ ਦੇ ਪਿੱਛੇ ਲੱਗੇ, ਉਹ ਮਾਇਆ ਦੀ ਲਪੇਟ ਤੋਂ ਬਚ ਨਹੀਂ ਸਕੇ। ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਤਥਾ ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ, ਤਿਸ ਹੀ ਕਉ ਫਿਰ ਖਾਏ। ਜਿਵੇਂ ਸਰਪਣੀ ਨੂੰ ਉਸਦੇ ਬੱਚੇ ਪਿਆਰ ਕਰਦੇ ਹਨ, ਸਪਣੀ ਉਹਨਾਂ ਨੂੰ ਚੱਟਦੀ ਪਿਆਰ ਕਰਦੀ ਕਰਦੀ ਆਪਣੇ ਅੰਦਰ ਹੀ ਨਿਗਲ ਜਾਂਦੀ ਹੈ। ਇਸੇ ਤਰ੍ਹਾਂ ਜੋ ਮਾਇਆ ਵਿੱਚ ਲਪਾਏਮਾਨ ਹੋ ਜਾਂਦੇ ਹਨ, ਫਿਰ ਮਾਇਆ ਉਹਨਾਂ ਨੂੰ ਆਪਣੇ ਵਿੱਚ ਹੀ ਫਸਾ ਲੈਂਦੀ ਹੈ। ਬਾਬਾ ਕਬੀਰ ਜੀ ਭੈਰੋਂ ਰਾਗ ਵਿੱਚ ਫਰਮਾਨ ਕਰਦੇ ਹਨ ਕਿ ਮਨੁੱਖ ਤਾਂ ਇੱਕ ਪਾਸੇ ਰਿਹਾ, ਬਾਕੀ ਜੂਨਾਂ ਵੀ ਇਸ ਮਾਇਆ ਦੀ ਲਪੇਟ ਤੋਂ ਬਚ ਨਹੀਂ ਸਕੀਆਂ। ਭਗਤ ਜੀ ਦਾ ਭੈਰੋਂ ਰਾਗ ਵਿੱਚ ਪੰਨਾ 1160 ਤੇ ਪ੍ਰਵਾਨ ਹੈ, ਜਲ ਮਹਿਮੀਨ ਮਾਇਆ ਕੇ ਬੇਧੇ, ਦੀਪਕ ਪਤੰਗ ਮਾਇਆ ਕੇ ਛੇਦੇ, ਕਾਮ ਮਾਇਆ ਕੁੰਚਰ ਕੋ ਵਿਆਪੈ,
ਭੁਯੰਗਮ ਭ੍ਰਿੰਗ ਮਾਇਆ ਮੈਂ ਖਾਪੈ। ਮਾਇਆ ਐਸੀ ਮੋਹਨੀ ਪਹਾਈ, ਜੇਤੇ ਜੀ ਤੇਤੇ ਡਹਿਕਾਈ। ਰਹਾਉ ਪੰਖੀ ਮ੍ਰਿਗ ਮਾਇਆ ਮਹਿਰਾਤੇ, ਸਾਕਰ ਮਾਖੀ ਅਦਕ ਸੰਤਾਪੇ। ਤੁਰੇ ਉਸ਼ਟ ਮਾਇਆ ਮਹਿ ਭੇਲਾ, ਸਿੱਧ 84 ਮਾਇਆ ਮਹਿ ਖੇਲਾ। ਛੇ ਜਤੀ ਮਾਇਆ ਕੇ ਬੰਦਾ, ਨਵੈ ਨਾਥ ਸੂਰਜ ਅਰ ਚੰਦਾ। ਤਪੇ ਰਖੀਸਰ ਮਾਇਆ ਮੈਂ ਸੂਤਾ, ਮਾਇਆ ਮਹਿ ਕਾਲ ਅਰ ਪੰਚ ਦੂਤਾ। ਸਵਾਨ ਸਿਆਲ ਮਾਇਆ ਮਹਿ ਰਾਤਾ, ਬੰਤਰ ਚੀਤੇ ਅਰ ਸਿੰਘਾਤਾ। ਮਾਂਜਾਰ ਗਾਂਡਰ ਅਰ ਲੂੰਬਰਾ, ਬਿਰਖ ਮੂਲ ਮਾਇਆ ਮਹਿ ਪਰਾ। ਮਾਇਆ ਅੰਤਰ ਭੀਨੇ ਦੇਵ, ਸਾਗਰ ਇੰਦਰਾ ਅਰ ਧਰਤੇਵ। ਕਹਿ ਕਬੀਰ ਜਿਸ ਉਦਰ ਤਿਸ ਮਾਇਆ, ਤਬ ਛੂਟੇ ਜਬ ਸਾਧੂ ਪਾਇਆ। ਇਸ ਮਾਇਆ ਵਿੱਚ ਕਿੰਨੀ ਸ਼ਕਤੀ ਹੈ, ਇਸ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ। ਸਭ ਜੀਵ ਜਾਣਦੇ ਹੋਏ ਕਿ ਮਾਇਆ ਇੱਕ ਛਲ ਹੈ, ਪਰ ਫਿਰ ਵੀ ਇਸ ਤੋਂ ਬਚ ਨਹੀਂ ਸਕਦੇ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ। ਗੋਬਿੰਦ ਭਜਨ ਬਿਨ ਹੜਕਾ ਜਲ। ਭਾਈ ਗੁਰਦਾਸ ਜੀ ਆਪਣੇ ਕਵਿਤਾਂ ਵਿੱਚ ਫਰਮਾਨ ਕਰਦੇ ਹਨ ਕਿ ਜਿਸ ਤਰ੍ਹਾਂ ਪੋਸਤ ਪੀਣ ਵਾਲਾ ਇਹ ਜਾਣਦਾ ਹੋਇਆ ਕਿ ਇਹ ਚੰਗਾ ਨਹੀਂ, ਭੈੜੀ ਆਦਤ ਹੈ, ਪਰ ਉਸਨੂੰ ਤਿਆਗਦਾ ਨਹੀਂ, ਜਿਸ ਤਰ੍ਹਾਂ ਜੁਆਰੀ ਹਾਰ ਕੇ ਬਿਰਲਾਪ ਵੀ ਕਰਦਾ ਹੈ, ਪਰ ਜੂਆ ਖੇਡਣ ਦੀ ਆਦਤ ਨੂੰ ਨਹੀਂ ਛੱਡਦਾ, ਜਿਸ ਤਰ੍ਹਾਂ ਚੋਰ ਚੋਰੀ ਕਰਦਾ ਹਰ ਵੇਲੇ ਡਰਦਾ ਵੀ ਹੈ, ਪਰ ਮਰਨ ਤੱਕ ਚੋਰੀ ਨਹੀਂ ਤਿਆਗਦਾ, ਇਸੇ ਪ੍ਰਕਾਰ ਸਾਰੇ ਮਾਇਆ ਨੂੰ ਦੁੱਖ ਰੂਪ ਕਹਿੰਦੇ ਤਾਂ ਹਨ, ਪਰ ਇਸ ਮਾਇਆ ਉੱਪਰ ਕਿਸੇ ਨੇ ਵੀ ਵਸੀਕਾਰ ਨਹੀਂ ਪਾਇਆ, ਸਗੋਂ ਮਾਇਆ ਹੀ ਸਾਰਿਆਂ ਨੂੰ ਲੁੱਟੀ ਜਾ ਰਹੀ ਹੈ। ਜੈਸੇ ਪੋਸਤੀ ਸੁਨਤ ਕਹਿਤ ਪੋਸਤ ਬੁਰੋ, ਤਾਂ ਕਿ ਬਸ ਭਇਓ ਛਾਡਿਓ ਚਾਹੈ ਪੈ ਨਾ ਛੂਟਈ। ਜੈਸੇ ਜੂਆ ਖੇਲ ਬਿਤ ਹਾਰ ਬਿਲਖੈ ਜੁਆਰੀ, ਤਉ ਪਰ ਜੁਆਰਨ ਕੀ ਸੰਗਤ ਨ ਟੂਟਈ। ਜੈਸੇ ਚੋਰ ਚੋਰੀ ਜਾਤ ਹਿਰਦੈ ਸੰਕਾਤ ਪੁਨ, ਤਜਤ ਨ ਚੋਰੀ ਜੌਲੋ ਸੀਸ ਹੀ ਨ ਫੂਟਈ। ਤੈਸੇ ਸਭ ਕਹਿਤ ਸੁਨਤ ਮਾਇਆ ਦੁਖਦਾਈ, ਕਾਹੂ ਪੈ ਨ ਜੀਤੀ ਪਰੈ ਮਾਇਆ ਜਗ ਟਈ। ਮਾਇਆ ਦੇ ਵੱਡੇ ਕਰਿੰਦੇ ਜੋ 5 ਹਨ, ਉਹਨਾਂ ਪ੍ਰਤੀ ਵੀ ਤੀਸਰੇ ਗੁਰਦੇਵ ਜੀ ਨੇ ਸੋਰਠ ਰਾਗ ਵਿੱਚ ਸੰਕੇਤ ਦਿੱਤਾ ਹੈ ਕਿ ਇਹ 5 ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਚੋਰਾਂ ਵਾਂਗ ਸਾਡੇ ਹਿਰਦੇ ਵਿੱਚੋਂ ਸਾਡਾ ਆਤਮਿਕ ਖਜ਼ਾਨਾ ਅੰਮ੍ਰਿਤ ਨੂੰ ਰੂਪੀ ਨਾਮ ਰਸ ਅਤੇ ਜੀਵ ਨੂੰ ਬ੍ਰਹਮ ਬਣਾਉਣ ਵਾਲੀ ਸ਼ਕਤੀ ਨੂੰ ਬਾਹਰ ਮੁਖੀ ਰਸਾਂ ਕਸਾਂ ਰਾਹੀਂ ਚੋਰੀ ਕਰੀ ਜਾ ਰਹੇ ਹਨ, ਜਿਸ ਕਾਰਨ ਜੀਵ ਪਰਮੇਸ਼ਰ ਜੀ ਵਿੱਚ ਲੀਨ ਹੋਣ ਤੋਂ ਵਾਂਝਾ ਰਹਿ ਜਾਂਦਾ ਹੈ ਅਤੇ ਪਰਮ ਆਨੰਦ ਦੇ ਸੁੱਖ ਤੋਂ ਸਖਣਾ ਜੀਵਨ ਬਤੀਤ ਕਰਦਾ ਹੈ। ਗੁਰੂ ਅਮਰਦਾਸ ਜੀ ਦਾ ਫਰਮਾਨ ਪੰਨਾ 600 ਤੇ ਅੰਕਿਤ ਹੈ, ਇਸ ਦੇ ਹੀ ਅੰਦਰ 5 ਚੋਰ ਵਸੈ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਇ ਨ ਸੁਣੈ ਪੁਕਾਰਾ। ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੋਬਾਰਾ। ਤਥਾ ਪੰਚ ਦੂਤ ਮੁਹਿ ਸੰਸਾਰਾ, ਮਨਮੁਖ ਅੰਧੇ ਸੁਧ ਨ ਸਾਰਾ। ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਵਚਨ ਕੀਤਾ ਹੈ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋਂ ਘਰ ਬਾਰ ਮਨਾ। ਮਾਰਹਿ ਲੂਟਹਿ ਨੀਤ ਨੀਤ, ਕਿਸ ਆਗਿਆ ਕਰੀ ਪੁਕਾਰ ਜਨਾ। ਇਸ ਇਕੱਲੇ ਚੋਰ ਪ੍ਰਤੀ ਵੀ ਗੁਰਦੇਵ ਜੀ ਨੇ ਸਾਨੂੰ ਸੁਚੇਤ ਕੀਤਾ ਹੈ। ਗੁਰੂ ਕੀ ਬਾਣੀ ਵਿੱਚ ਅਗਵਾਈ ਬਖਸ਼ਿਸ਼ ਕੀਤੀ ਹੈ ਕਿ ਪੰਜੇ ਸਰੀਰ ਦਾ ਵੀ ਨਾਸ਼ ਕਰਦੇ ਹਨ ਅਤੇ ਆਤਮਾ ਨੂੰ ਵੀ ਦਾਗੀ ਕਰ ਦਿੰਦੇ ਹਨ। ਇਸ ਲਈ ਇਹਨਾਂ ਦੇ ਪਿੱਛੇ ਨਹੀਂ ਭਟਕਣਾ, ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਜੀਵਨ ਜਾਚ ਸਿੱਖਣੀ ਹੈ। ਕਾਮ ਪ੍ਰਤੀ ਸਤਿਗੁਰੂ ਜੀ ਦਾ ਫਰਮਾਨ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਹੈ, ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪ੍ਰਮਾਵਣੈ। ਗੁਰੂ ਤੇਗ ਬਹਾਦਰ ਸਾਹਿਬ ਦਾ ਗੌੜੀ ਰਾਗ ਵਿੱਚ ਫਰਮਾਨ ਹੈ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਅਹਨਸ ਭਾਗੋ। ਹਿੰਡੋਲ ਰਾਗ ਬਸੰਤ ਹਿੰਡੋਲ ਵਿੱਚ ਵੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ, ਪਾਪੀ ਹੀਐ ਮੈਂ ਕਾਮ ਬਸਾਏ, ਮਨ ਚੰਚਲ ਜਾਂਤੇ ਗਹਿਓ ਨਾ ਜਾਏ। ਰਹਾਉ ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀ ਇਹ ਫਾਸ। ਕ੍ਰੋਧ ਵੀ ਕਾਮ ਵਾਂਗ ਹੀ ਸਰੀਰ ਨੂੰ ਗਾਲਦਾ ਹੈ। ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਦਾ ਫਰਮਾਨ ਹੈ, ਕਾਮ ਕ੍ਰੋਧ ਕਾਇਆ ਕਉ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। ਅਤੇ ਗੁਰੂ ਅਰਜਨ ਦੇਵ ਸਾਹਿਬ ਨੇ ਹੁਕਮ ਕੀਤਾ ਹੈ, ਉਹਨਾਂ ਪਾਸ ਦੁਆਸ ਨਾ ਭਿੱਟੀਐ, ਜਿਨ ਅੰਤਰ ਕ੍ਰੋਧ ਚੰਡਾਲ। ਸਹਿਸਕ੍ਰਿਤੀ ਸ਼ਲੋਕਾਂ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ ਕਿ ਹੇ ਕਲ ਮੂਲ ਕ੍ਰੋਧੰ,
ਕਦੰਚ ਕਰਣਾ ਨਾ ਉਪਰਜਤੇ। ਵਿਖਿਅੰਤ ਜੀਵੰ ਵਸਿਅੰ ਕਰੋਤ ਨ੍ਰਿਤਯੰ ਕਰੋਤ ਚਥਾ ਮਰਕਟੈ। ਹੇ ਕਲੇਸ਼ ਤੇ ਮੁੱਢ ਕ੍ਰੋਧ, ਤੇਰੇ ਵਸ ਵਿੱਚ ਹੋਏ ਮਨੁੱਖ ਨੂੰ ਕਦੇ ਤਰਸ ਨਹੀਂ ਉਪਜਦਾ। ਜੀਵ ਦੇ ਅੰਦਰ ਗੁੱਸੇ ਦੀ ਜ਼ਹਿਰ ਭਰ ਜਾਂਦੀ ਹੈ ਤੇ ਤੂੰ ਉਸ ਜੀਵ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ। ਉਹ ਤੇਰੇ ਨਚਾਏ ਬਾਂਦਰ ਵਾਂਗ ਹੀ ਨੱਚਦਾ ਹੈ। ਲੋਭ ਪ੍ਰਤੀ ਕੁਰਬਾਨੀ ਦਾ ਫੈਸਲਾ ਹੈ ਜੋ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਨਟ ਰਾਗ ਵਿੱਚ ਸਾਡੇ ਲਈ ਅਗਵਾਈ ਦਿੱਤੀ ਹੈ। ਲੋਭ ਲਹਿਰ ਸਭ ਸੁਆਨ ਹਲਕ ਹੈ, ਹਲਕਿਓ ਸਭੈ ਬਿਕਾਰੇ। ਰਾਮਕਲੀ ਕੀ ਵਾਰ ਵਿੱਚ ਵੀ ਹੁਕਮ ਹੈ, ਲੱਭ ਬਣਾਹੇ ਮਾਨਸਾ ਜਿਉ ਪਾਣੀ ਬੂਰ। ਗੁਰੂ ਅਰਜਨ ਦੇਵ ਸਾਹਿਬ ਨੇ ਸੰਸਕ੍ਰਿਤੀ ਸ਼ਲੋਕਾਂ ਵਿੱਚ ਲੋਭ ਪ੍ਰਤੀ ਸਾਵਧਾਨ ਕੀਤਾ ਹੈ। ਹੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਲੋਲਤੇ। ਤਾਵੰਤ ਜੀਆਂ ਬਹੁ ਪ੍ਰਕਾਰੰ, ਅਨਕ ਭਾਂਤ ਬਹੁ ਡੋਲਤੇ। ਨਚ ਮਿਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ। ਅਕਰਣੰ ਕਰੋਤ ਅਖਾਦਯੰ ਖਾਦਯੰ, ਅਸਾਜਯੰ ਸਾਜ ਸਮਝਿਆ। ਤਰਾਹੇ ਤਰਾਹੇ ਸਰਣ ਸੁਆਮੀ, ਵਿਗਿਆਪਤ ਨਾਨਕ ਹਰ ਨਰ ਹਰੈ। ਭਾਵ ਕਿ ਹੇ ਲੋਭ, ਵੱਡੇ ਵੱਡੇ ਸਿਰ ਕੱਢ ਵੀ ਤੇਰੇ ਵਿੱਚ ਗਲਤਾਨ ਹਨ। ਤੇਰੀਆਂ ਅਨੇਕ ਤਰ੍ਹਾਂ ਦੀਆਂ ਲਹਿਰਾਂ ਵਿੱਚ ਫਸੇ ਹੋਏ ਅਜੀਬ ਕੰਮ ਕਰਦੇ ਹਨ। ਤੇਰੇ ਵਸ ਹੋਏ ਜੀਵ ਬਹੁਤ ਨਸ ਭੱਜ ਕਰਦੇ ਹਨ, ਦੁਆਰ ਦੁਆਰ ਉੱਤੇ ਡੋਲਦੇ ਹਨ। ਜੋ ਤੇਰੇ ਵਸ ਵਿੱਚ ਹਨ, ਹੇ ਲੋਭ, ਤੂੰ ਉਹਨਾਂ ਜੀਵਾਂ ਨੂੰ ਨਾ ਮਾਤਾ ਪਿਤਾ ਦੀ, ਨਾ ਮਿੱਤਰਾਂ ਪਿਆਰਿਆਂ ਦੀ, ਨਾ ਸਾਕ ਸੰਬੰਧੀਆਂ ਦੀ ਸ਼ਰਮ ਰਹਿੰਦੀ ਹੈ। ਲੋਭ ਵਸ ਮਨੁੱਖ ਨਾ ਕਰਨੇ ਯੋਗ ਕੰਮ ਕਰ ਲੈਂਦਾ ਹੈ, ਨਾ ਖਾਣ ਯੋਗ ਪਦਾਰਥ ਖਾ ਲੈਂਦਾ ਹੈ, ਭਾਵ ਨਿਰਲੱਜ ਹੋ ਜਾਂਦਾ ਹੈ। ਸੋ ਹੇ ਨਰਹਰ ਵਾਹਿਗੁਰੂ ਜੀ, ਮੈਂ ਤੇਰੀ ਸ਼ਰਨ ਹਾਂ, ਕਿਰਪਾ ਕਰਕੇ ਇਸ ਬੁਰੀ ਬਲਾ ਲੋਭ ਤੋਂ ਮੈਨੂੰ ਬਚਾ ਲਵੋ ਜੀ। ਮੋਹ ਪ੍ਰਤੀ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ, ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗਾ ਦਾਗ। ਦਾਗ ਦੋਸ ਮੋਹ ਚਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ। ਤਥਾ ਪੰਕਜ ਮੋਹ ਪਗ ਨਹੀਂ ਚਾਲੈ। ਬਿਲਾਵਲ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ, ਮੋਹ ਮਗਨ ਪਤਤ ਸੰਗ ਪ੍ਰਾਨੀ, ਐਸੇ ਮਨੈ ਬਸਾਰਨ। ਤਥਾ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਦਾ ਹੋਰ ਹੁਕਮ ਆਸਾ ਰਾਗ ਵਿੱਚ ਹੈ, ਮੋਹ ਅਰ ਭਰਮ ਤਜੋ ਤੁਮ ਵੀਰ, ਸਾਚ ਨਾਮ ਹਿਰਦੈ ਰਵੈ ਸਰੀਰ ਰਹਾਉ। ਸਚ ਨਾਮ ਜਾਂ ਨਵਨਿਤ ਪਾਈ, ਰੋਵੈ ਪੂਤ ਨ ਕਲਪੈ ਮਾਈ। ਏਤਾ ਮੋਹ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਹੰਕਾਰ ਪ੍ਰਤੀ ਤਾਂ ਸਤਿਗੁਰੂ ਜੀ ਬਹੁਤ ਹੀ ਸਾਵਧਾਨ ਕਰਦੇ ਹਨ। ਸੰਸਕ੍ਰਿਤੀ ਸ਼ਲੋਕਾਂ ਵਿੱਚ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਮਿਤਰੰ ਤਜੰਤ ਸਤਰੰ ਦ੍ਰਿੜੰਤ, ਅਨਕ ਮਾਇਆ ਬਿਸਤੀਰਨੈ। ਆਵੰਤ ਜਾਵੰਤ ਥਕੰਤ ਜੀਆ, ਦੁਖ ਸੁਖ ਬਹੁ ਭੋਗਣੈ। ਭ੍ਰਮ ਭਿਆਨ ਉਧਿਆਨ ਰਮਣੰ, ਮਹਾ ਬਿਕਟ ਅਸਾਧ ਰੋਗਣੈ। ਵੈਦਯੰ ਪਾਰ ਬ੍ਰਹਮ ਪਰਮੇਸ਼ਵਰ, ਅਰਾਧ ਨਾਨਕ ਹਰ ਹਰ ਹਰੇ। ਅਰਥ, ਹੇ ਜੰਮਣ ਮਰਨ ਦੇ ਮੂਲ ਆਤਮਾ ਨੂੰ ਪਾਪਾਂ ਨਾਲ ਭ੍ਰਿਸ਼ਟ ਕਰਨ ਵਾਲੇ ਅਹੰਕਾਰ, ਤੂੰ ਅਨੇਕ ਪ੍ਰਕਾਰ ਨਾਲ ਮਾਇਆ ਦਾ ਖਿਲਾਰਾ ਖਿਲਾਰਦਾ ਹੈ, ਜਿਸ ਕਾਰਨ ਤੇਰੇ ਅਸਰ ਅਧੀਨ ਜੀਵ ਮਿੱਤਰਾਂ ਦਾ ਤਿਆਗ ਕਰ ਦਿੰਦੇ ਹਨ ਅਤੇ ਵੈਰੀਆਂ ਨਾਲ ਮਿੱਤਰਤਾ ਪਾ ਲੈਂਦੇ ਹਨ। ਤੇਰੇ ਵਸ ਹੋਏ ਜੀਵ ਆਉਂਦੇ ਜਾਂਦੇ, ਭਾਵ ਜੰਮਦੇ ਮਰਦੇ ਆਖਰ ਥੱਕ ਜਾਂਦੇ ਹਨ। ਸੁਖ ਦੇ ਭੁਲੇਖੇ ਬਹੁਤ ਦੁੱਖ ਭੋਗਦੇ ਹਨ। ਜੋ ਤੇਰੇ ਵਸ ਵਿੱਚ ਹਨ, ਉਹ ਭਰਮ ਦੇ ਭਿਆਨਕ ਜੰਗਲ ਵਿੱਚ ਭਟਕਦੇ ਰਹਿੰਦੇ ਹਨ। ਤੂੰ ਜੀਵਾਂ ਨੂੰ ਲਾ ਇਲਾਜ ਭਿਆਨਕ ਰੋਗ ਹੋ ਕੇ ਚੰਬੜਿਆ ਹੋਇਆ ਹੈ। ਹੇ ਜੀਵ, ਇਸ ਅਸਾਧ ਰੋਗ ਦੇ ਕੱਟਣ ਵਾਲੇ ਪ੍ਰਭੂ ਪਰਮੇਸ਼ਰ ਜੀ ਹੀ ਹਨ। ਇਸ ਲਈ ਉਹਨਾਂ ਦੇ ਜਾਪ ਨੂੰ ਨਿਰੰਤਰ ਜਪਣਾ ਚਾਹੀਦਾ ਹੈ। ਹੋਰ ਹੁਕਮ ਹੈ, ਜੇ ਕੋ ਬਹੁਤ ਕਰੇ ਅਹੰਕਾਰ, ਉਹ ਖਿਨਮੈ ਰੁਲਤਾ ਖਾਕੂ ਨਾਲ। ਅਤਵਾ ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ। ਅਹੰਕਾਰ ਮੁਏ ਸੇ ਵਿਗਤੀ ਗਏ, ਮਰ ਜਨਮੈ ਫਿਰ ਆਵੈ। ਅਤੇ ਜਿਸ ਹਿਰਦੇ ਵਿੱਚ ਹੰਕਾਰ ਹੈ, ਉੱਥੇ ਨਾਮ ਦਾ ਵਾਸਾ ਨਹੀਂ ਹੋ ਸਕਦਾ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵਈ, ਤਾਂ ਮਨ ਬਿਰਥਾ ਜਾਏ। ਇਸੇ ਹੀ ਸ਼ਬਦ ਦੇ ਅਖੀਰ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਵੀ ਫਰਮਾਇਆ ਹੈ ਕਿ ਹੰਕਾਰੀ ਮਨੁੱਖ ਭਗਤੀ ਨਹੀਂ ਕਰ ਸਕਦਾ। ਹਉਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁਝਿਆ ਜਾਏ। ਹਉਮੈ ਵਿੱਚ ਜੀਉ ਬੰਧ ਹੈ, ਨਾਮ ਨਾ ਵਸੈ ਮਨ ਆਏ। ਨਾਨਕ ਸਤਿਗੁਰ ਮਿਲਿਆ ਹਉਮੈ ਗਈ, ਤਾਂ ਸੱਚ ਵਸਿਆ ਮਨ ਆਏ। ਸੱਚ ਕਮਾਵੈ ਸੱਚ ਰਹੈ, ਸੱਚੇ ਸੇਵ ਸਮਾਏ। ਸੋ ਇਹਨਾਂ ਪੰਜਾਂ ਦੇ ਰਾਹੀਂ ਮਨੁੱਖ ਨੂੰ ਐਸੀ ਮਾਇਆ ਵਿਆਪਤੀ ਹੈ ਕਿ ਉਹ ਆਪਣੇ ਅਸਲ ਨਿਸ਼ਾਨੇ ਤੋਂ ਥਿੜਕ ਜਾਂਦਾ ਹੈ। ਨਾਮ ਰਸ, ਆਤਮਕ ਰੰਗ ਅਤੇ ਇਲਾਹੀ ਵਿਸਮਾਦ ਤੋਂ ਕਈ ਵਾਰ ਵਾਂਝਾ ਹੀ ਰਹਿ ਜਾਂਦਾ ਹੈ। ਫਿਰ ਪ੍ਰਸ਼ਨ ਉਤਪੰਨ ਹੁੰਦਾ ਹੈ
ਕਿ ਜੇਕਰ ਮਾਇਆ ਹਰ ਜੀਵ ਤੇ ਅਸਰ ਕਰਦੀ ਹੈ, ਵੱਡੇ ਵੱਡੇ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕੇ, ਤਾਂ ਕੀ ਇਸ ਮਾਇਆ ਦੇ ਬਚਣ ਦਾ ਕੋਈ ਸਾਧਨ ਜਾਂ ਤਰੀਕਾ ਨਹੀਂ? ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਅਗਵਾਈ ਦਿੱਤੀ ਹੈ ਕਿ ਇਹ ਜੀਵ, ਇਹ ਮਾਇਆ ਨਾ ਤਾਂ ਮਰਨੀ ਹੈ ਤੇ ਨਾ ਹੀ ਇਸ ਨੂੰ ਕਿਸੇ ਹੱਟੀ ਤੇ ਵੇਚ ਕੇ ਖਤਮ ਕੀਤਾ ਜਾ ਸਕਦਾ ਹੈ। ਕੇਵਲ ਤੇ ਕੇਵਲ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਹੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਕੇਵਲ ਛੁਟਕਾਰਾ ਹੀ ਨਹੀਂ ਪਾਇਆ ਜਾ ਸਕਦਾ, ਸਗੋਂ ਇਸ ਮਾਇਆ ਨੂੰ ਚੰਗੀ ਤਰ੍ਹਾਂ ਸਾੜਿਆ ਵੀ ਜਾ ਸਕਦਾ ਹੈ। ਇਸ ਤੋਂ ਬਾਅਦ ਆਤਮਾ ਉੱਜਲ ਪਵਿੱਤਰ ਹੋ ਜਾਂਦੀ ਹੈ, ਜਿਸ ਸਦਕਾ ਪ੍ਰਭੂ ਦੇ ਨਾਮ ਰਸ ਨੂੰ ਮਾਣਿਆ ਜਾ ਸਕਦਾ ਹੈ ਅਤੇ ਪ੍ਰਭੂ ਜੀ ਜੀਵਨ ਮੁਕਤੀ ਦੀ ਦਾਤ ਬਖਸ਼ ਦਿੰਦੇ ਹਨ। ਹਉਮੈ ਮਾਇਆ ਮੋਹਣੀ ਦੂਜਾ ਲੱਗਿਆ ਜਾਏ, ਨਾ ਇਹ ਮਾਰੀ ਨਾ ਮਰੈ, ਨਾ ਇਹ ਹਟ ਵਿਕਾਏ। ਗੁਰ ਕੈ ਸ਼ਬਦ ਪਰ ਜਾਲੀਐ, ਤਾਂ ਇਹ ਵਿੱਚੋਂ ਜਾਏ। ਤਨ ਮਨ ਹੋਵੈ ਉਜਲਾ, ਨਾਮ ਵਸੈ ਮਨ ਆਏ। ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ। ਧੰਨ ਗੁਰੂ ਰਾਮਦਾਸ ਸਾਹਿਬ ਜੀ ਸੂਹੀ ਰਾਗ ਵਿੱਚ 776 ਪੰਨੇ ਤੇ ਹੁਕਮ ਕਰਦੇ ਹਨ, ਮਾਰਿਹ ਸਵੇ ਜਨ ਹਉਮੈ ਵਿਖਿਆ, ਜੇਨ ਹਰ ਪ੍ਰਭ ਮਿਲਣ ਨ ਦਿੱਤੀਆ। ਦੇਹ ਕੰਚਨ ਵੇ ਵੰਨੀਆਂ, ਇਨ ਹਉਮੈ ਮਾਰ ਵਿਗੁਤੀਆ। ਮੋਹ ਮਾਇਆ ਵੇ ਸਭ ਕਾਲ ਖਾ, ਇਨ ਮਨਮੁਖ ਮੂੜ ਸਜੁਤੀਆ। ਜਨ ਨਾਨਕ ਗੁਰਮੁਖ ਉਬਰੇ, ਗੁਰ ਸ਼ਬਦੀ ਹਉਮੈ ਛੁਟੀਆ। ਹੇ ਭਾਈ, ਇਸ ਹਉਮੈ ਨੇ, ਇਸ ਮਾਇਆ ਨੇ ਜੀਵ ਨੂੰ ਕਦੇ ਆਪਣੇ ਅਸਲੇ ਭਾਵ ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ। ਇਹ ਸਰੀਰ ਸੋਨੇ ਵਰਗਾ ਕੀਮਤੀ ਸੀ, ਪਰ ਇਸ ਹਉਮੈ ਨੇ ਮਾਰ ਕੇ ਖੁਆਰ ਕਰ ਦਿੱਤਾ ਹੈ। ਮਾਇਆ ਦਾ ਮੋਹ ਨਿਰੀ ਕਾਲਖ ਹੈ, ਪਰ ਇਸ ਮੂਰਖ ਮਨਮੁਖ ਨੇ ਇਸ ਮਾਇਆ ਰੂਪੀ ਕਾਲਖ ਨਾਲ ਹੀ ਆਪ ਨੂੰ ਜੋੜ ਰੱਖਿਆ ਹੈ। ਜਿਨ੍ਹਾਂ ਨੇ ਗੁਰਮੁਖ ਬਣ ਕੇ ਗੁਰ ਸ਼ਬਦ ਦੀ ਕਮਾਈ ਕੀਤੀ, ਉਹ ਹਉਮੈ ਤੇ ਮਾਇਆ ਤੋਂ ਆਜ਼ਾਦ ਹੋ ਗਏ ਹਨ। ਤੀਸਰੇ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਾਇਆ ਤੋਂ ਛੁਟਕਾਰਾ ਪਾਉਣ ਲਈ ਰਸਤਾ ਦਰਸਾਉਂਦੇ ਹਨ ਕਿ ਪਿਆਰ ਦੇ ਨਾਲ ਗੁਰੂ ਜੀ ਦੇ ਸ਼ਬਦ ਦੀ ਭਗਤੀ ਕਰਨ ਨਾਲ, ਗੁਰੂ ਕੇ ਸ਼ਬਦ ਦੀ ਕਮਾਈ ਕਰਨ ਨਾਲ ਮਾਇਆ ਦਾ ਭਰਮ ਸੜ ਜਾਂਦਾ ਹੈ ਅਤੇ ਅਸਲੀਅਤ ਪ੍ਰਗਟ ਹੋ ਜਾਂਦੀ ਹੈ। ਸ੍ਰੀ ਰਾਗ ਵਿੱਚ ਤੀਸਰੇ ਗੁਰਦੇਵ ਜੀ ਦਾ ਫਰਮਾਨ ਹੈ, ਬਿਨ ਪ੍ਰੀਤੀ ਭਗਤ ਨ ਹੋਵਈ, ਬਿਨ ਸ਼ਬਦਾ ਥਾਇ ਨ ਪਾਏ। ਸਬਦੇ ਹਉਮੈ ਮਾਰੀਐ, ਮਾਇਆ ਕਾ ਭ੍ਰਮ ਜਾਏ। ਨਾਮ ਪਦਾਰਥ ਪਾਈਐ, ਗੁਰਮੁਖ ਸਹਿਜ ਸੁਪਾਏ। ਪੰਜਵੇਂ ਸਤਿਗੁਰੂ ਜੀ ਵੀ ਦੱਸਦੇ ਹਨ ਕਿ ਅਸੀਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਨੇ ਇਹ ਮਾਇਆ ਰੂਪੀ ਤਮਾਸ਼ੇ ਦੀ ਸਾਨੂੰ ਸੋਝੀ ਦੇ ਦਿੱਤੀ, ਜਿਸ ਮਾਇਆ ਦੀ ਲੁਕਮੀ ਅੱਗ ਵਿੱਚ ਸਾਰਾ ਸੰਸਾਰ ਸੜ ਬਲ ਰਿਹਾ ਹੈ। ਭਗਤੀ ਕਰਨ ਵਾਲਿਆਂ ਨੂੰ ਗੁਰੂ ਜੀ ਨੇ ਮਾਇਆ ਦੇ ਸੇਕ ਤੋਂ ਬਚਾ ਲਿਆ ਹੈ। ਧਨਾਸਰੀ ਰਾਗ ਵਿੱਚ ਪੰਨਾ 673 ਤੇ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਇਹੋ ਚਲਤ ਦਿਖਾਇਆ। ਗੁੱਜੀ ਭਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਅਤੇ ਹੁਕਮ ਕੀਤਾ ਹੈ ਕਿ ਇਹ ਜਗ ਜਲਤਾ ਦੇਖ ਕੇ ਭਜ ਪੈ ਹਰ ਸਰਣਾਈ ਰਾਮ। ਅਰਦਾਸ ਕਰੀ ਗੁਰ ਪੂਰੈ ਆਗੈ, ਰਖ ਲੇਵੋ ਦੇਹੋ ਵਡਾਈ ਰਾਮ। ਨੌਵੇਂ ਗੁਰਦੇਵ ਜੀ ਇਸੇ ਦੀ ਹੀ ਪ੍ਰੋੜਤਾ ਕਰਦੇ ਹਨ ਕਿ ਜੇ ਮਨੁੱਖ ਪ੍ਰਭੂ ਜੀ ਦੀ ਭਗਤੀ ਦੇ ਰਸਤੇ ਨੂੰ ਫੜ ਲਵੇ ਅਤੇ ਭਗਤੀ ਕਰਨ ਲੱਗ ਜਾਵੇ, ਪ੍ਰਕਾਸ਼ ਸਰੂਪ ਪਰਮੇਸ਼ਰ ਦੇ ਗੁਣ ਗਾਵੇ, ਤਾਂ ਇਸ ਜੀਵ ਦਾ ਭਟਕਦਾ ਮਨ ਟਿਕ ਸਕਦਾ ਹੈ। ਮਾਇਆ ਦੀ ਮਮਤਾ ਵੀ ਹਿਰਦੇ ਵਿੱਚੋਂ ਦੂਰ ਹੋ ਸਕਦੀ ਹੈ। ਹਿਰਦੇ ਵਿੱਚ ਵਿਵੇਕ ਬੁੱਧੀ ਪ੍ਰਵੇਸ਼ ਕਰ ਜਾਂਦੀ ਹੈ। ਲੋਭ ਅਤੇ ਮੋਹ ਜੋ ਮਾਇਆ ਵਿੱਚ ਫਸਾਉਣ ਵਾਲੇ ਦੂਤ ਹਨ, ਉਹ ਨਜ਼ਦੀਕ ਨਹੀਂ ਆ ਸਕਦੇ। ਜਨਮ ਦਾ ਜੋ ਸਹਿਸਾ ਬਣਿਆ ਹੋਇਆ ਸੀ, ਜਿਸ ਕਾਰਨ ਮਨ ਮਲੀਨ ਸੀ, ਸਹਿਸੇ ਜਿਉ ਮਲੀਨ ਹੈ, ਉਹ ਵੀ ਦੂਰ ਹੋ ਗਿਆ। ਮਨ ਵਿੱਚੋਂ ਸਾਰੀ ਤ੍ਰਿਸ਼ਨਾ ਮੁੱਕ ਗਈ। ਤ੍ਰਿਸ਼ਨਾ ਕਰਕੇ ਹੀ ਅਸ਼ਾਂਤੀ ਸੀ। ਜਦ ਤ੍ਰਿਸ਼ਨਾ ਖਤਮ ਹੋ ਗਈ, ਆਤਮਕ ਸੁਖ, ਸਦੀਵੀ ਸੁਖ ਪ੍ਰਾਪਤ ਹੋ ਗਿਆ। ਪਰ ਇਹ ਨਾਮ ਰੂਪੀ ਧਨ ਗੁਰੂ ਜੀ ਦੀ ਮਿਹਰ ਸਦਕਾ ਹੀ ਇਸ ਜੀਵ ਨੂੰ ਪ੍ਰਾਪਤ ਹੋ ਸਕਦਾ ਹੈ। ਬਸੰਤ ਰਾਗ ਵਿੱਚ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਹੈ, ਮਾਈ ਮੈਂ ਧਨ ਪਾਇਓ ਹਰ ਨਾਮ। ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਬਿਸਰਾਮ ਰਹਾਓ। ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ। ਲੋਭ ਮੋਹ ਇਹ ਪਰਸ ਨ ਸਾਕੈ, ਗਹੀ ਭਗਤ ਭਗਵਾਨ। ਜਨਮ ਜਨਮ ਕਾ ਸੰਸਾ ਚੂਕਾ, ਰਤਨ ਨਾਮ ਜਬ ਪਾਇਆ। ਤ੍ਰਿਸ਼ਨਾ ਸਗਲ ਬਨਾਸੀ ਮਨ ਤੇ, ਨਿਜ ਸੁਖ ਮਾਹੇ ਸਮਾਇਆ। ਜਾਂ ਕਉ ਹੋਤ ਦਇਆਲ ਕਿਰਪਾ ਨਿਧ, ਸੋ ਗੋਬਿੰਦ ਗੁਣ ਗਾਵੈ। ਕਉ ਨਾਨਕ ਇਹ ਬਿਦ ਕੀ ਸੰਪੈ, ਕੋਉ ਗੁਰਮੁਖ ਪਾਵੈ। ਸਤਿਗੁਰੂ ਗੁਰਦੇਵ ਨਾਨਕ ਦੇਵ ਜੀ ਨੇ
ਮਨ ਦੇ ਉੱਪਰ ਜੋ ਮਾਇਆ ਦਾ ਭਰਮ ਭੁਲੇਖਾ ਪਿਆ ਹੋਇਆ ਹੈ, ਉਸ ਨੂੰ ਦੂਰ ਕਰਨ ਲਈ ਦੋ ਸਾਧਨ ਇਸ ਜੀਵ ਨੂੰ ਦੱਸੇ ਹਨ ਕਿ ਹੇ ਜੀਵ, ਜੇ ਆਤਮਾ ਸਾਫ਼ ਕਰਨੀ ਹੈ, ਅਸਲੀਅਤ ਨੂੰ ਪਛਾਣ ਕੇ ਆਤਮਕ ਆਨੰਦ ਮਾਣਨਾ ਚਾਹੁੰਦਾ ਹੈ, ਤਾਂ ਇੰਜ ਕਰ, ਮਨ ਨੂੰ ਉਸ ਪਰਮੇਸ਼ਰ ਦਾ ਵਪਾਰੀ ਬਣਾ ਕੇ, ਉਸ ਪਰਮੇਸ਼ਰ ਦਾ ਗੁਮਾਸ਼ਤਾ ਬਣਾ ਕੇ, ਉਹ ਵਾਹਿਗੁਰੂ ਜੀ ਨੂੰ ਆਪਣਾ ਮਾਲਕ ਜਾਣ ਕੇ ਅਰਦਾਸ ਕਰ ਅਤੇ ਜਸ ਭਾਵ ਸਿਫਤ ਰੂਪੀ ਨਾਮ ਦੀ ਰਾਸ ਨੂੰ ਇਕੱਠੀ ਕਰ। ਜੇ ਕਿਸੇ ਕਿਸਮ ਦੀ ਅੜਚਣ ਨਾਮ ਰਸ ਵਿਹਾਜਣ ਲਈ ਪੈਂਦੀ ਹੈ, ਤਦ ਵਾਹਿਗੁਰੂ ਜੀ ਨੂੰ ਆਪਾ ਸਮਰਪਿਤ ਕਰਕੇ ਅਰਦਾਸ ਕਰਿਆ ਕਰ, ਕਿਉਂਕਿ ਅਰਦਾਸ ਵਿੱਚ ਬਹੁਤ ਵੱਡੀ ਤਾਕਤ ਹੈ। ਜਿੱਥੇ ਜੀਵ ਦਾ ਆਪਣਾ ਬਲ ਕੁਝ ਨਾ ਸਾਰੇ, ਉੱਥੇ ਪ੍ਰਭੂ ਪਰਾਇਣ ਹੋ ਕੇ ਕੀਤੀ ਅਰਦਾਸ ਰੰਗ ਲਿਆਉਂਦੀ ਹੈ। ਨਾਨਕ ਤੇਰਾ ਬਾਣੀਆਂ, ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲਹੈ, ਜਾਂ ਸਿਫਤ ਕਰੀ ਅਰਦਾਸ। ਕਈ ਵਾਰ ਇਹ ਜੀਵ ਸਥੂਲ ਮਾਇਆ ਤੋਂ ਬਚਣ ਵਾਸਤੇ ਸ਼ੁਭ ਕਰਮ ਕਰਦੇ ਕਰਦੇ ਸੂਖਮ ਮਾਇਆ ਦੀ ਲਪੇਟ ਵਿੱਚ ਆ ਜਾਂਦਾ ਹੈ। ਜਿਵੇਂ ਬਾਬਾ ਕਬੀਰ ਜੀ ਨੇ ਫਰਮਾਨ ਕੀਤਾ ਹੈ, ਕਬੀਰ ਮਾਇਆ ਤਜੀ ਤਾਂ ਕਿਆ ਬਹਿਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਜਪ ਤਪ ਦਾ ਮਾਣ, ਨਿਤਨੇਮ ਦਾ ਮਾਣ, ਸ਼ੁਭ ਕਰਮਾਂ ਦਾ ਮਾਣ, ਨਾਮ ਸਿਮਰਨ ਦਾ ਮਾਣ, ਪੁੰਨ ਦਾਨ ਦਾ ਮਾਣ, ਤੀਰਥ ਯਾਤਰਾ ਦਾ ਮਾਣ, ਪਰ ਉਪਕਾਰੀ ਹੋਣ ਦਾ ਮਾਣ ਅਤੇ ਹੋਰ ਬੇਅੰਤ ਸ਼ੁਭ ਕਰਮਾਂ ਦੇ ਮਾਣ ਕਰਨ ਨਾਲ ਆਤਮਾ ਉੱਪਰ ਸੂਖਸ਼ਮ ਮੈਲ ਲੱਗ ਜਾਂਦੀ ਹੈ, ਜਿਸ ਤੋਂ ਤਾਂ ਕੋਈ ਭਾਗਾਂ ਵਾਲਾ ਵਿਰਲਾ ਹੀ ਬਚਦਾ ਹੈ। ਹਮ ਬਡ ਕਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ। ਜਿਵੇਂ ਰਾਮਕਲੀ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਫਰਮਾਨ ਹੈ। ਇਸ ਸੂਖਮ ਮਾਣ ਤੋਂ ਛੁਟਕਾਰਾ ਕੇਵਲ ਤੇ ਕੇਵਲ ਪੂਰੇ ਗੁਰੂ ਦੀ ਸ਼ਰਨ ਵਿੱਚ ਸੰਪੂਰਨ ਤੌਰ ਤੇ ਆਉਣ ਅਤੇ ਸ਼ਬਦ ਦੀ ਕਮਾਈ ਨਾਲ ਹੀ ਹੁੰਦਾ ਹੈ। ਜਨ ਨਾਨਕ ਗੁਰਮੁਖ ਉਭਰੇ, ਗੁਰ ਸ਼ਬਦੀ ਹਉਮੈ ਛੁੱਟੀਆ। ਅਰਦਾਸ ਕਿਵੇਂ ਕਰਨੀ ਹੈ? ਆਪਾ ਭਾਵ ਤਿਆਗ ਕੇ, ਪਰਮੇਸ਼ਰ ਪਰਾਇਣ ਹੋ ਕੇ। ਅਰਦਾਸ ਦਾ ਵੀ ਮਾਣ ਨਹੀਂ ਕਰਨਾ। ਇਸ ਦਰ ਤਾਂ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ, ਨਿਓਟਿਆਂ ਨੂੰ ਓਟ ਮਿਲਦੀ ਹੈ। ਬਿਨਤ ਕਰੋ ਅਰਦਾਸ, ਸੁਨੋ ਜੇ ਠਾਕੁਰ ਭਾਵੈ। ਇਹ ਆਸ ਰੱਖ ਕੇ ਅਰਦਾਸ ਕਰਨੀ ਹੈ ਕਿ ਦਾਤਾ ਕਿਸੀ ਹੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ। ਸੁਨੋ ਬੇਨੰਤੀਆ ਸੁਆਮੀ ਮੇਰੇ ਰਾਮ, ਕੋਟ ਅਪਰਾਧ ਭਰੇ ਵੀ ਤੇਰੇ ਚੇਰੇ ਰਾਮ। ਤਥਾ ਇਸੇ ਪ੍ਰਕਾਰ ਅਰਦਾਸ ਕਰਨ ਦੀ ਜਾਚ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਧਨਾਸਰੀ ਰਾਗ ਵਿੱਚ ਦੱਸੀ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀਐ ਰਹਾਓ। ਕੋਟ ਪਰਾਧ ਹਮਾਰੇ ਖੰਡਹੁ, ਅਨਕ ਵਿਧि ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵਹੁ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਆਪਣੇ ਆਪ ਨੂੰ ਗੁਨਾਹਗਾਰ ਮੰਨ ਕੇ ਢਹਿ ਕੇ ਬੇਨਤੀ ਕਰਨੀ ਹੈ। ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ, ਕੇਤੇ ਗਣੋ ਅਸੰਖ ਅਵਗੁਣ ਮੇਰਿਆ। ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੂਲੀਐ, ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੂਲੀਐ। ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੂ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਜਲ ਫੇਰਿਆ। ਜਿਉ ਭਾਵੈ ਤਿਉ ਮੋਹਿ ਪ੍ਰਤਪਾਲ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰ, ਹਮ ਬਾਰਕ ਤੁਮ ਪਿਤਾ ਕਿਰਪਾਲ ਰਹਾਉ। ਮੋਹਿ ਨਿਰਗੁਣ ਗੁਣ ਨਾਹੀ ਕੋਈ, ਪਹੁੰਚ ਨ ਸਾਕੋ ਤੁਮਰੀ ਕਾਲ। ਤੁਮਰੀ ਗਤ ਮਿਤ ਤੁਮ ਹੀ ਜਾਨੋ, ਜੀਉ ਪਿੰਡ ਸਭ ਤੁਮਰੋ ਮਾਲ। ਅੰਤਰ ਜਾਮੀ ਪੁਰਖ ਸੁਆਮੀ, ਅਨਬੋਲਤ ਹੀ ਜਾਨੋ ਹਾਲ। ਤਨ ਮਨ ਸੀਤਲ ਹੋਏ ਹਮਾਰੋ, ਨਾਨਕ ਪ੍ਰਭ ਜੀਓ ਨਦਰ ਨਿਹਾਲ। ਮੇਲ ਲਿਓ ਦਇਆਲ, ਟਹਿ ਪਏ ਦੁਆਰਿਆ, ਰਖ ਲੇ ਬਹੁ ਦੀਨ ਦਇਆਲ, ਭਰਮਤ ਬਹੁ ਹਾਰਿਆ। ਭਗਤ ਵਚਲ ਤੇਰਾ ਬਿਰਦ, ਹਰ ਪਤ ਤੇ ਉਧਾਰਿਆ।
ਤੁਝ ਬਿਨ ਨਾਹੀ ਕੋਇ, ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੋ ਦਇਆਲ, ਸਾਗਰ ਸੰਸਾਰਿਆ। ਬਸ ਪ੍ਰਭੂ ਦਰ ਤਾਂ ਇਹ ਹੀ ਅਰਦਾਸ ਕਰਨੀ ਬਣਦੀ ਹੈ ਕਿ ਹੇ ਦਾਤਾ ਜੀ, ਲੇਖੈ ਕਤੈ ਨ ਛੂਟੀਐ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਅਤੇ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਰਦਾਸ ਕਰਨ ਦਾ ਢੰਗ 36ਵੀਂ ਵਾਰ ਦੀ 21ਵੀਂ ਪੌੜੀ ਵਿੱਚ ਦਰਸਾਇਆ ਹੈ। ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜੂਆਰ ਹਉ, ਪਰ ਕਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ, ਠਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ। ਵਿਸ਼ਵਾਸ ਘਾਤੀ ਅਕਿਰਤ ਕਹਣ, ਮੈਂ ਕੋ ਨਾ ਰਖੰਦਾ। ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਉਹ ਦਰ ਤਾਂ ਇਹ ਹੀ ਕਹਿਣਾ ਹੈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਤੋ ਪੈ ਸੁਆਮੀ, ਮਾਨਸ ਕੀ ਗਤ ਇਹੀ। ਅਤੇ ਤੁਮ ਸਮਰੱਥਾ ਕਾਰਨ ਕਰਨ, ਢਾਕਨ ਢਾਕ ਗੋਬਿੰਦ ਗੁਰ ਮੇਰੇ, ਮੋਹਿ ਅਪਰਾਧੀ ਸਰਨ ਚਰਨ ਰਹਾਉ। ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ, ਠੌਰ ਨਾਹੀ ਕਛ ਢੀਠ ਮੁਕਰਨ। ਵੱਡ ਪ੍ਰਤਾਪ ਸੁਨਿਓ ਪ੍ਰਭ ਤੁਮਰੋ, ਕੋਟ ਅਘਾ ਤੇਰੋ ਨਾਮ ਹਰਨ। ਹਮਰੋ ਸੁਹਾਉ ਸਦਾ ਸਦ ਭੂਲਣ, ਤੁਮਰੋ ਬਿਰਦ ਪਤਤ ਉਧਰਨ। ਕਰੁਣਾ ਮੈਂ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸ਼ਨ। ਕੁਚਲ ਕਠੋਰ ਕਪਟ ਕਾਮੀ, ਜਿਉ ਜਾਨੋ ਤਿਉ ਧਾਰ ਸੁਆਮੀ। ਰਹਾਉ ਤੂੰ ਸਮਰੱਥ ਸਰਨ ਜੋਗ ਤੂੰ, ਰਾਖਹਿ ਆਪਣੀ ਕਲ ਧਾਰ। ਜਾਪ ਤਾਪ ਨੇਮ ਸੁਚ ਸੰਜਮ, ਨਾਹੀ ਇਨ ਵਿਦੇ ਛੁਟਕਾਰ। ਗਰਤ ਘੋਰ ਅੰਧ ਤੇ ਕਾਢੋ, ਪ੍ਰਭ ਨਾਨਕ ਨਦਰ ਨਿਹਾਰ। ਅਤੇ ਮੁਖ ਅਵਤਾਰ ਲੈ, ਰਾਮਾ ਤਾਰ ਲੈ। ਮੈਂ ਅਜਾਨ ਜਨ ਤਰਬੇ ਨ ਜਾਨਉ, ਬਾਪ ਬੀਠਲਾ ਬਾਂਹ ਦੇ। ਇਹ ਤਾਦਕ ਭਾਵਾਂ ਨਾਲ ਕੀਤੀ ਅਰਦਾਸ ਨਾਲ ਮਨ ਉੱਪਰ ਮੈਲ ਨਹੀਂ ਲੱਗਦੀ, ਮਨ ਵਿੱਚ ਨਿਮਰਤਾ ਤਥਾ ਦਾਸਾ ਭਾਵ ਪ੍ਰਵੇਸ਼ ਕਰਦਾ ਹੈ। ਤਦ ਹੀ ਬਾਬਾ ਜੀ ਨੂੰ ਸਤਿਗੁਰੂ ਜੀ ਨੇ ਸਾਵਧਾਨ ਕੀਤਾ ਸੀ ਕਿ ਤੁਸੀਂ ਹਰ ਪ੍ਰਕਾਰ ਦੀ ਮਾਇਆ ਤੋਂ ਬਚਣਾ ਹੈ। ਬਚਾਓ ਕਿਵੇਂ ਹੋਇਆ? ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਾ ਭਾਵ ਗਵਾ ਕੇ, ਆਪਾ ਸਮਰਪਣ ਕਰ ਅਰਦਾਸ ਕਰਨ ਦੇ ਨਾਲ। ਜਦੋਂ ਸਾਰੇ ਆਸਰੇ ਛੱਡ ਕੇ ਬਾਬਾ ਜੀ ਨੇ ਪ੍ਰਭੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਆਪ ਹੀ ਇਸ ਮਾਇਆ ਤੋਂ ਹੱਥ ਦੇ ਕਰਕੇ ਰੱਖਿਆ ਕਰਨਾ ਕਰੋ, ਤਾਂ ਸਤਿਗੁਰੂ ਜੀ ਨੇ ਹੱਥ ਦੇ ਕੇ ਮਾਇਆ ਦੇ ਪ੍ਰਭਾਵ ਤੋਂ ਰੱਖਿਆ ਕੀਤੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਤਲਵੰਡੀ ਤੋਂ ਸੁਲਤਾਨਪੁਰ ਨੂੰ ਵਿਦਾ ਹੋਣ ਲੱਗੇ ਤਾਂ ਰਾਏ ਬੁਲਾਰ ਜੋ ਸਤਿਗੁਰੂ ਜੀ ਦਾ ਅਨੰਨ ਸੇਵਕ ਸੀ, ਉਸ ਨੇ ਹੱਥ ਜੋੜ ਕੇ ਬਿਨੈ ਕੀਤੀ, ਜੀ ਹਜੂਰ ਦਾ ਮੇਰੇ ਲਈ ਕੀ ਹੁਕਮ ਹੈ? ਸਤਿਗੁਰਾਂ ਮੁਸਕਰਾ ਕੇ ਫਰਮਾਇਆ, ਅਹੇ ਰਾਏ, ਜੇ ਤੂੰ ਮੰਨੇ ਤਾਂ ਮੇਰਾ ਇਹ ਹੁਕਮ ਹੈ, ਜਦੋਂ ਤੇਰਾ ਆਪਣਾ ਬਲ ਕੰਮ ਨਾ ਸਾਰ ਸਕੇ, ਦੋਵੇਂ ਹੱਥ ਜੋੜ ਕੇ ਕਰਤਾਰ ਦੀ ਸ਼ਰਣੀ ਪੈ ਜਾਵੀਂ ਤੇ ਅਰਦਾਸ ਕਰੀਂ, ਕਰਤਾਰ ਬੌੜੀ ਕਰੇਗਾ। ਅਰਦਾਸ ਕਰਨ ਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਦਾ, ਨਾ ਹੀ ਉਸ ਪ੍ਰਭੂ ਨੂੰ ਰਿਝਾਵਣ ਲਈ ਕੋਈ ਖਾਸ ਸ਼ਬਦਾਂ ਦੀ ਲੋੜ ਹੈ। ਲੋੜ ਹੈ ਤਾਂ ਕੇਵਲ ਅੰਤਰ ਆਤਮੇ ਨਿਮਾਣੇ ਨਿਤਾਣੇ ਨਿਓਟੇ ਨਿਆਸਰੇ ਬਣਨ ਦੀ। ਫਿਰ ਸਤਿਗੁਰੂ ਜੀ ਦਾ ਹੁਕਮ ਹੈ, ਤਾਂ ਕੋ ਧੋਖਾ ਕਹਾਂ ਵਿਆਪੇ, ਜਾਂ ਕੋ ਓਟ ਤੁਹਾਰੀ। ਅਤੇ ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਖਾਈ, ਜੋ ਤੇਰੀ ਸ਼ਰਨਾਗਤੀ ਤਿਨ ਲੈ ਛਡਾਈ। ਬਾਬਾ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਵਾਕਾਂ ਨੂੰ ਸਫਲ ਕਰਦੇ ਹੋਏ ਬਤੀਤ ਕੀਤਾ। ਗੁਰੂ ਆਸਰੇ ਹੋ ਕੇ ਵਿਚਰਨ ਸਦਕਾ ਸਥੂਲ ਅਤੇ ਸੂਖਮ ਮਾਇਆ ਆਪ ਜੀ ਦੇ ਉੱਤੇ ਕਿਸੇ ਕਿਸਮ ਦਾ ਅਸਰ ਨਾ ਪਾ ਸਕੀ। ਆਪ ਜੀ ਨੇ ਇਹਨਾਂ ਗੁਰਵਾਕਾਂ ਨੂੰ ਅਨੁਸਾਰ ਮਾਇਆ ਤੋਂ ਨਿਰਲੇਪ ਸਾਰਾ ਜੀਵਨ ਬਤੀਤ ਕੀਤਾ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੈ, ਰਹਿ ਇਕਾਂਤ ਏਕੋ ਮਨ ਵਸਿਆ, ਆਸਾ ਮਹਿ ਨਿਰਾਸੋ, ਅਗਮ ਅਗੋਚਰ ਦੇਖ ਦਿਖਾਏ, ਨਾਨਕ ਤਾਂ